ਗਾਵੇ ਗੁਣ ਸੇਸ ਸਹਸ ਜਿਹਵਾ ਰਸ, ਆਦ ਅੰਤ ਲਿਵ ਲਾਗ ਤੁਨਾ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਕਾਵ ਕਾਲੜ ਸਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਮੁਖ ਉਚਰੇ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਿਆ ਬੁੱਧ ਪ੍ਰਭ ਤੁਛ ਹਮਾਰੇ, ਵਰਨ ਸਕੇ ਮਹਿਮਾ ਜੋ ਤਿਹਾਰੇ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੇ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣੋ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਕੌਣ ਤਰਾਜੀ ਚਿਤ ਤੁਲਾ, ਤੇਰਾ ਕਵਨ ਸੁਰਾਫ ਬੁਲਾਵਾ। ਕੌਣ ਗੁਰੂ ਕਾ ਪਹਿ ਦੀਖਿਆ ਲੇਵਾ, ਕੈ ਪਹਿ ਮੁੱਲ ਕਰਾਵਾ। ਕੌਣ ਤਰਾਜੀ ਕਵਨ ਤੁਲਾ, ਤੇਰਾ ਕਵਨ ਸਰਾਫ ਬੁਲਾਵਾ। ਕੌਣ ਗੁਰੂ ਕੈ ਪਹਿ ਦੀਖਿਆ ਲੇਵਾ, ਕੈ ਪਹਿ ਮੁੱਲ ਕਰਾਵਾ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੁਰ ਲੀਣਾ। ਤੂੰ ਆਪੇ ਸਰਬ ਸਮਾਣਾ, ਰਹਾਉ ਮਨ ਤਾਰਾਜੀ ਚਿਤ ਤੁਲਾ। ਤੇਰੀ ਸੇਵ ਸਰਾਫ ਕਮਾਵਾ, ਘਟ ਹੀ ਭੀਤਰ ਸੋ ਸਾਹੁ ਤੋਲੀ। ਇਨ ਬਿਦ ਚਿਤ ਰਹਾਵਾ, ਆਪੇ ਕੰਡਾ ਤੋਲਤ ਰਾਜੀ। ਆਪੇ ਤੋਲਣ ਹਾਰਾ, ਆਪੇ ਦੇਖਾ ਆਪੇ ਬੂਝਾ। ਆਪੇ ਹੈ ਵਣਜਾਰਾ, ਅੰਦੁਲਾ ਨੀਚ ਜਾਤ ਪਰਦੇਸੀ। ਖਿਨ ਆਵੈ ਤਿਲ ਜਾਵੈ, ਤਾ ਕੀ ਸੰਗਤ ਨਾਨਕ ਰਹਿਦਾ। ਕਿਉ ਕਰ ਮੂੜਾ ਪਾਵੈ,
ਅੰਦੁਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾ ਕੀ ਸੰਗਤ ਨਾਨਕ ਰਹਿੰਦਾ, ਕਿਉ ਕਰ ਮੂੜਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਅੱਜ ਦਾ ਪਾਵਨ ਪਵਿੱਤਰ ਫਰਮਾਨ ਅਕਸਰ ਬਹੁ ਗਿਣਤੀ ਵਿੱਚ ਗੁਰੂ ਕੇ ਸਿੱਖ ਮਾਈ ਭਾਈ ਸ਼ਬਦ ਹਜ਼ਾਰੇ ਦੀ ਪਾਵਨ ਪਵਿੱਤਰ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ। ਇਹ ਸ਼ਬਦ ਆਮ ਕਰਕੇ ਗੁਰੂ ਕੇ ਸਿੱਖ ਨਿਤਨੇਮ ਦੇ ਨਾਲ ਸ਼ਬਦ ਹਜ਼ਾਰੇ ਦੀ ਬਾਣੀ ਵੀ ਪੜ੍ਹਦੇ ਹਨ। ਔਰ ਸ਼ਬਦ ਹਜ਼ਾਰੇ ਦਾ ਅਰਥ ਜੋ ਵਿਦਵਾਨ ਵੀਰਾਂ ਨੇ ਕੀਤਾ ਹੈ, ਗੁਰੂ ਕਾ ਸੁੰਦਰ ਉਪਦੇਸ਼। ਹਜ਼ਾਰੇ ਦਾ ਭਾਵ ਹੈ ਸੁੰਦਰ, ਤੇ ਸ਼ਬਦ ਦਾ ਭਾਵ ਹੈ ਗੁਰੂ ਕੀ ਸਿੱਖਿਆ। ਉਸ ਪਾਵਨ ਪਵਿੱਤਰ ਬਾਣੀ ਦਾ ਆਪਾਂ ਤਕਰੀਬਨ ਰੋਜ਼ਾਨਾ ਨਿਤਨੇਮ ਵੀ ਕਰਦੇ ਹਾਂ। ਔਰ ਖਾਸ ਕਰਕੇ ਬਾਬਾ ਬਿਧੀ ਚੰਦ ਜੀ ਇਸ ਬਾਣੀ ਦੇ ਬੇਅੰਤ ਪਾਠ ਕਰਦੇ ਹੁੰਦੇ ਸਨ। ਇਹ ਇਤਿਹਾਸ ਵਿੱਚ ਅੰਕਿਤ ਹੈ। ਤੋ ਗੁਰਮੁਖੋ ਇਹ ਸ਼ਬਦ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੋ ਪੱਖਾਂ ਦਾ ਬਿਆਨ ਕੀਤਾ ਹੈ। ਪਹਿਲਾ ਜਗਿਆਸੂ ਤੇ ਦੂਜਾ ਗੁਰੂ ਵੱਲੋਂ ਉਸ ਪਰਿਪੂਰਨ ਪਰਮਾਤਮਾ ਦੀ ਬਹੁਲਤਾ ਤੇ ਵਡਿਆਈ ਬਾਰੇ ਸਾਨੂੰ ਜਾਣਕਾਰੀ। ਜਗਿਆਸੂ ਸ਼ਬਦ ਅਸੀਂ ਆਮ ਕਰਕੇ ਗੁਰਮੁਖਾਂ ਗਿਆਨੀਆਂ ਕਥਾਵਾਚਕਾਂ ਦੇ ਕੋਲੋਂ ਸੁਣਦੇ ਹਾਂ। ਜਗਿਆਸੂ ਦੋ ਤਿੰਨ ਸ਼ਬਦਾਂ ਦਾ ਸੁਮੇਲ ਹੈ। ਉਹ ਮਨੁੱਖ ਜਿਹਦੇ ਮਨ ਵਿੱਚ ਗਿਆਨ ਦੀ ਆਸਾ ਹੋਵੇ ਉਹਨੂੰ ਜਗਿਆਸੂ ਕਿਹਾ ਜਾਂਦਾ ਹੈ। ਇਹ ਲਫ਼ਜ਼ ਸੰਸਕ੍ਰਿਤ ਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਗਿਆਨ ਦੀ ਆਸਾ ਹੋਵੇ ਕਿ ਮੇਰੇ ਤੇ ਵਾਹਿਗੁਰੂ ਕਿਰਪਾ ਕਰੇ, ਮੈਨੂੰ ਆਤਮ ਗਿਆਨ ਮਿਲ ਜਾਏ, ਉਹਨੂੰ ਜਗਿਆਸੂ ਸ਼ਬਦ ਕਰਕੇ ਉਚਾਰਿਆ ਜਾਂਦਾ ਹੈ। ਪਹਿਲੇ ਪੰਕਤੀਆਂ ਦੇ ਵਿੱਚ ਜਗਿਆਸੂ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹ ਜਗਿਆਸੂ ਨੂੰ ਉਸ ਪਰਿਪੂਰਨ ਪਰਮਾਤਮਾ ਦੀ ਬੇਅੰਤਤਾ ਤੇ ਉਹਦੀ ਅਗਮਤਾ ਦੇ ਬਾਰੇ ਜਾਣਕਾਰੀ ਦਿੱਤੀ ਹੈ। ਇਹਦੀ ਚੌਥੀ ਪੌੜੀ ਵਿੱਚ ਸਾਨੂੰ ਅਰਦਾਸ ਕਰਨ ਦੀ ਇਜਾਜ਼ਤ ਦੱਸੀ ਸਤਿਗੁਰੂ ਪਾਤਸ਼ਾਹ ਨੇ। ਆਪਾਂ ਤਕਰੀਬਨ ਅਰਦਾਸ ਵਿੱਚ ਆਪਣੀ ਮੈਂ ਦਾ ਬਹੁਤਾ ਪ੍ਰਦਰਸ਼ਨ ਕਰਦੇ ਹਾਂ। ਮੈਂ ਆਹ ਕੀਤਾ, ਮੈਂ ਉਹ ਕੀਤਾ। ਗੁਰਦੇਵ ਕਹਿੰਦੇ ਗੁਰਮੁਖਾ ਮੈਂ ਨੂੰ ਪਾਸੇ ਕਰਕੇ ਨਿਮਾਣਾ ਬਣ ਕੇ ਉਹਦੇ ਅੱਗੇ ਝੋਲੀ ਅੱਡ, ਉਹਦੇ ਅੱਗੇ ਬੁੱਕ ਕਰ, ਉਹ ਤੈਨੂੰ ਰਹਿਮਤਾਂ ਨਾਲ ਨਵਾਜੇਗਾ। ਬੜੀ ਸਿੰਪਲ ਜੀ ਭਾਸ਼ਾ ਗੁਰਬਾਣੀ ਵਿੱਚ ਹੀ ਪੜ੍ਹਦੇ ਹਾਂ, ਆਪਾਂ ਆਮ ਜੀਵਨ ਵਿੱਚ ਸੁਣਦੇ ਹਾਂ। ਮੀਂਹ ਕਿੰਨਾ ਵੀ ਪੈ ਜੇ ਪਰ ਗੁਰਮੁਖੋ ਟਿੱਬਿਆਂ ਤੇ ਪਾਣੀ ਖਲੋਂਦਾ ਨਹੀਂ। ਕਿੰਨੀ ਵੱਡੀ ਝੜੀ ਲੱਗ ਜਾਏ, ਕਿੰਨਾ ਮੀਂਹ ਪੈ ਜਾਏ, ਟਿੱਬੇ ਫੇਰ ਵੀ ਖਾਲੀ ਦੇ ਖਾਲੀ। ਆਪਾਂ ਕਿੰਨਾ ਕੁਝ ਕਰ ਲਈਏ, ਸੇਵਾ ਕਰ ਲਈਏ, ਸਿਮਰਨ ਕਰ ਲਈਏ, ਪਰ ਸਾਡੇ ਅੰਦਰ ਮੈਂ ਦਾ ਟਿੱਬਾ ਤੇ ਗੁਰਮੁਖੋ ਬਾਤ ਨਹੀਂ ਜੇ ਬਣਨੀ। ਥਾਂ ਨੀਵਾਂ ਹੋਵੇ ਨਾ ਤੇ ਕਣੀਆਂ ਘੱਟ ਵੀ ਪੈਣ ਤੇ ਟੋਆ ਭਰ ਜਾਂਦਾ, ਪਰ ਜੇ ਉੱਚਾ ਟਿੱਬਾ ਹੈ ਤੇ 4 ਦਿਨ ਦੀ ਝੜੀ ਤੋਂ ਬਾਅਦ ਵੀ ਟਿੱਬਾ ਖਾਲੀ ਦਾ ਖਾਲੀ ਰਹੇਗਾ। ਇਹ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਪਾਤਸ਼ਾਹ ਨੇ ਪੱਖ ਤੋਂ ਜਾਣੂ ਕਰਾਇਆ। ਜਿਵੇਂ ਹਜ਼ੂਰ ਰਹਿਮਤਾਂ ਕਰਨਗੇ, ਗੁਰੂ ਦੀ ਬਖਸ਼ੀ ਬੁੱਧੀ ਦੇ ਮੁਤਾਬਕ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਹਿਯੋਗ ਦਿਓ ਤਾਂ ਕਿ ਸਾਡੀ ਜ਼ਮਾਨ ਸਫਲੀ ਹੋ ਜਾਏ, ਸਾਡਾ ਤਨ ਪਾਕ ਹੋ ਜਾਏ। ਔਰ ਸਹਿਯੋਗ ਦਰ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਕੌਣ ਤਰਾਜੀ ਕਵਨ ਤੁਲਾ, ਤੇਰਾ ਕਵਨ ਸਰਾਫ ਬੁਲਾਵਾ। ਆਮ ਕਰਕੇ ਪੰਜਾਬੀ ਚ ਆਪਾਂ ਕਹਿੰਦੇ ਸੰਬੋਧਨ, ਤੇ ਉਰਦੂ ਭਾਸ਼ਾ ਵਿੱਚ ਬਜ਼ੁਰਗ ਬੋਲਦੇ ਨੇ ਮੁਖਾਤਬ ਕਰਨਾ, ਅਰਬੀ ਤੇ ਫਾਰਸੀ ਵਾਲੇ ਮੁਖਾਤਬ ਕਰਨਾ। ਇਸ ਪਹਿਲੀ ਪੰਕਤੀ ਦੇ ਵਿੱਚ ਉਸ ਪਰਿਪੂਰਨ ਪ੍ਰਮਾਤਮਾ ਦੀ ਬੇਅੰਤਤਾ, ਉਹਦੀ ਅਗਮਤਾ ਦੇ ਬਾਰੇ ਉਹਦੀ ਅਰਦਾਸ ਕੀਤੀ ਹੈ, ਵਾਹਿਗੁਰੂ ਦੁਨੀਆ ਦੀ ਕਿਹੜੀ ਤਕੜੀ ਲਿਆਵਾਂ, ਕਿਹੜਾ ਵੱਟਾ ਪਾਵਾਂ। ਤੇ ਸ਼ਰਾਬ ਦਾ ਭਾਵ ਹੁੰਦਾ ਹੈ ਵਪਾਰੀ, ਮੁੱਲ ਪਾਉਣ ਵਾਲਾ। ਮੈਂ ਕਿਹਦੇ ਤੋਂ ਤੇਰਾ ਮੁੱਲ ਪਵਾਵਾਂ, ਵੀ ਤੇਰਾ ਮੁੱਲ ਕਿੰਨਾ ਹੈ, ਮੈਂ ਤਕੜੀ ਕਿਹੜੀ ਪਾਵਾਂ, ਮੇਰੇ ਕੋਲ ਵੱਟਾ ਕੋਈ ਨਹੀਂ। ਕੌਣ ਗੁਰੂ ਕਾ ਪਹਿ ਦੀਖਿਆ ਲੇਵਾ, ਕੌਣ ਗੁਰੂ ਕਹਿ ਪੈ ਦੀਖਿਆ ਲੇਵਾ। ਅੱਜ ਕੱਲ੍ਹ ਦੀ ਜਿਹੜੀ ਸੰਥਿਆ ਉਹਦੇ 'ਚ ਜਮਕੀਆਂ ਠਮਕੀਆਂ ਉੱਡ ਗਈਆਂ। ਅੰਗਰੇਜ਼ੀ ਦੇ ਪ੍ਰਭਾਵ ਥੱਲੇ ਸਾਡੇ ਕੋਲ ਫੁੱਲ ਸਟਾਪ ਰਹਿ ਗਿਆ। ਜਮਕੀ ਦੇ ਨਾਲ ਠਮਕੀ ਦੇ ਨਾਲ ਵਿਸਰਾਮ ਦੇ ਨਾਲ ਅਰਥਾਂ ਦੀ ਅਨਰਥ ਹੋ ਜਾਂਦੇ ਹਨ। ਇੱਥੇ ਜਮਕੀ ਲਾਉਣੀ, ਕੌਣ ਗੁਰੂ, ਕਿਹੜਾ ਗੁਰੂ ਹੈ। ਕਹਿ ਪੈ ਦੀਖਿਆ ਲੇਵਾ, ਦੀਖਿਆ ਤੋਂ ਭਾਵ ਸਿੱਖਿਆ ਉਪਦੇਸ਼। ਮੈਂ ਗੁਰੂ ਕਿਹੜਾ ਧਾਰਨ ਕਰਾਂ। ਔਰ ਗੁਰਮੁਖੋ ਅਸੀਂ ਆਮ ਕਰਕੇ ਇਹ ਸ਼ਬਦ ਪੜ੍ਹਦੇ ਤੇ ਸੁਣਦੇ ਹਾਂ, ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਭੈ ਪ੍ਰਗਾਸਾ। ਇਹ ਗੁਰੂ ਕੀ ਬਾਣੀ ਦੀ ਪੰਕਤੀ ਹੈ। ਤੇ ਤੁਰੰਤ ਸਾਡੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੁੰਦਾ ਵੀ ਗੁਰੂ ਪਾਤਸ਼ਾਹ ਤਾਂ ਕਹਿੰਦੇ ਗੁਰਪੂਰਾ ਭੇਟਿਓ ਵਡਭਾਗੀ, ਮਨੇ ਭੈ ਪ੍ਰਗਾਸਾ, ਤੇ ਕੀ ਅਧੂਰਾ ਗੁਰੂ ਵੀ ਹੁੰਦਾ? ਜੇ ਗੁਰੂ ਨੇ ਪੂਰਾ ਗੁਰੂ ਕਿਹਾ ਤੇ ਅਧੂਰਾ ਵੀ ਹੋਵੇਗਾ। ਇਹਦਾ ਜਵਾਬ ਗੁਰਮੁਖੋ ਸਾਡੇ ਅਧਿਆਤਮਿਕ ਪੁਰਾਤਨ ਗ੍ਰੰਥਾਂ 'ਚ ਇਉਂ ਮਿਲਦਾ ਹੈ। ਜਦੋਂ ਅਸੀਂ ਹਿੰਦੁਸਤਾਨ ਦੇ ਵੱਖ-ਵੱਖ ਸੰਪਰਦਾ ਮਤਾਂ ਦਾ ਮੁਤਾਲਿਆ ਕਰਦੇ ਹਾਂ ਤੇ ਸਾਰਿਆਂ ਤੋਂ ਪੁਰਾਣੇ ਸੰਨਿਆਸੀ ਮਤ ਨੂੰ ਕਿਹਾ ਜਾਂਦਾ ਸੰਨਿਆਸੀ। ਮੈਂ ਕਦੇ ਗਿਆ ਨਹੀਂ ਤੇ ਨਾ ਜਾਣਾ। ਕਹਿੰਦੇ ਕੁੰਭ ਦੇ ਮੌਕੇ ਦੇ ਉੱਪਰ ਜਦੋਂ ਉਹ ਮਹਾਤਮਾ ਦੀ ਮੰਡਲੀ, ਨਗਰ ਕੀਰਤਨ ਤਾਂ ਆਪਾਂ ਕਹਿ ਨਹੀਂ ਸਕਦੇ, ਉਹ ਆਪਣਾ ਪ੍ਰਦਰਸ਼ਨ ਕਰਦੇ ਤੇ ਉਹਨਾਂ ਸਾਰਿਆਂ ਦੇ ਅੱਗੇ ਸੰਨਿਆਸੀ ਲੱਗਦੇ ਹਨ। ਔਰ ਉਹਨਾਂ ਸੰਨਿਆਸੀਆਂ ਦਾ ਜਿਹੜਾ ਗੁਰੂ ਹੋਇਆ ਉਹਦਾ ਨਾਮ ਦੱਤਾਤਰੇਓ। ਕਲਗੀਧਰ ਪਾਤਸ਼ਾਹ ਮਨ ਦਸਮ ਗ੍ਰੰਥ ਵਿੱਚ ਮੈਂ ਦਸਮ ਦੀ ਗੱਲ ਕੀਤੀ ਤੇ ਕਈਆਂ ਨੂੰ ਇੱਕਦਮ ਛਿੱਕਾਂ ਆਉਣਗੀਆਂ ਤੇ ਅਲਰਜੀ ਹੋ ਜਾਏਗੀ ਵੀ ਦਸਮ ਦਾ ਨਾਂ ਕਿਉਂ ਲਿਆ। ਕਈਆਂ ਨੂੰ ਬੜੀ ਪਰੇਸ਼ਾਨੀ ਹੈ। ਤੇ ਉਹਨਾਂ ਵੀਰਾਂ ਨੂੰ ਬੇਨਤੀ ਕਰੀਦੀ, ਭਰਾਓ ਜਿਹੜੀ ਜਗਤ ਦੇ ਬਈਓ ਟਾਹਣੀ ਵੱਢੀ ਦੀ ਨਹੀਂ। ਆਪਾਂ ਜੇ ਦਸਮ ਨੂੰ ਮਾੜਾ ਕਹਾਂਗੇ ਤੇ ਫਿਰ ਜਾਪ ਸਾਹਿਬ ਵੀ ਬੰਦ ਹੀ ਕਰਨਾ ਪਏਗਾ ਨਾ, ਕਿਉਂਕਿ ਦਸਮ ਜਾਪ ਸਾਹਿਬ ਵੀ ਦਸਮ ਦੇ ਵਿੱਚ ਹੈ, ਸੋਈਏ ਵੀ ਉੱਥੇ ਨੇ, ਚੌਪੀ ਸਾਹਿਬ ਵੀ ਹੈ। ਇੰਨਾ ਜ਼ਰੂਰ ਹੈ ਵੀ ਰਹਿ ਰਸ ਹੋਰ ਛੋਟੀ ਹੋ ਜਾਏਗੀ, ਵਿੱਚੋਂ ਚੌਪੀ ਵੀ ਕੱਟੀ ਜਾਏਗੀ, ਤੁਹਾਨੂੰ ਛੇਤੀ ਕੰਮ ਵਿਹਲੇ ਹੋ ਜਾਓਗੇ। ਇਹੋ ਹੀ ਆ ਨਾ ਵੀ ਜਦੋਂ ਦਸਮ ਦੀ ਆਪਾਂ ਵਿਰੋਧਤਾ ਕਰਾਂਗੇ ਤੇ ਵਿੱਚੋਂ ਚੌਪੀ ਸਾਹਿਬ ਹੀ ਗਿਆ ਤੇ ਆਪਾਂ ਚੌਪੀ ਸਾਹਿਬ ਦੀ ਬਾਣੀ ਵੀ ਪੜ੍ਹਦੇ ਰਹਿ ਰਾਸ ਵਿੱਚ, ਤੁਹਾਨੂੰ ਸਹੂਲਤ ਹੋ ਜਾਏਗੀ ਵੀ ਚੌਪੀ ਸਾਹਿਬ ਵਿੱਚੋਂ ਨਿਕਲ ਗਈ ਤੇ ਕੰਮ ਛੇਤੀ ਮੁੱਕ ਗਿਆ। ਯਾਦ ਰੱਖਿਆ ਜੇ ਬਾਣੀ ਮੁਕਾਈ ਦੀ ਨਹੀਂ, ਮੁਕਾਈ ਦਾ ਔਗਣਾਂ ਨੂੰ, ਗੁਨਾਹ ਨੂੰ, ਕਿ ਗੁਰੂ ਮੇਰੇ ਤੇ ਕਿਰਪਾ ਕਰੇ ਮੇਰੇ ਔਗਣ ਮੁੱਕ ਜਾਣ। ਇਹ ਗੱਲ ਵਿੱਚੋਂ ਸੁਭਾਵਿਕ ਆ ਗਈ, ਮੈਂ ਜਾਣ ਕੇ ਨਹੀਂ ਜਲਾਈ। ਉਸ ਦਸਮ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਨੇ ਦੱਤਾਤਰੇਓ ਦੇ 24 ਗੁਰੂਆਂ ਦਾ ਜ਼ਿਕਰ ਕੀਤਾ ਹੈ। 24 ਗੁਰੂਆਂ ਦਾ, ਤੇ 24 ਧਾਰਨ ਦਾ ਕਾਰਨ ਵੀ ਪਹਿਲੇ ਗੁਰੂ ਤੋਂ ਗੱਲ ਨਹੀਂ ਬਣੀ ਤੇ ਨਵਾਂ ਗੁਰੂ ਧਾਰਨ ਕਰਨਾ ਪਿਆ। ਇਹ ਸਾਡਾ ਗੁਰੂ ਹੈ। ਕੱਲ ਨੂੰ ਨਵਾਂ ਮਹੀਨਾ ਚੜ੍ਹਨਾ, ਪੋਹ ਦੀ ਸੰਗਰਾਂਦ। ਜੇ ਦਾਤੇ ਦੀ ਗੱਲ ਕਰੀਏ ਤੇ ਇੰਨਾ ਵੱਡਾ ਦਾਤਾ ਵੀ ਆਪਣੇ ਪਿਤਾ ਦਾ ਸੀਸ ਵੀ ਲੋਕਾਂ ਦੇ ਭਲੇ ਵਾਸਤੇ ਦੇ ਦਿੱਤਾ। ਇੰਨਾ ਮਾਇਆ ਦਾ ਤਿਆਗੀ ਵਿਰਾਗੀ ਹੈ
ਗਿਣਤੀ ਕਰਦਿਆਂ ਕਰਦਿਆਂ ਸਾਡੇ ਬਟੂਏ ਦੇ ਵਿੱਚੋਂ ਕਿਤੇ 50 ਦਾ ਨੋਟ ਨਾ ਮਿਲੇ ਤੇ ਆਪਾਂ ਵਾਰ-ਵਾਰ ਗਿਣਦੇ ਵੀ ਪਤਾ ਨਹੀਂ 50 ਦਾ ਨੋਟ ਦਿੱਤਾ ਤਾਂ ਕਿਸੇ ਨੂੰ ਨਹੀਂ, ਪਰ ਵਿੱਚੋਂ ਘਟ ਗਿਆ। ਜਦੋਂ 5 ਤੇ 6 ਪੋਹ ਦੀ ਦਰਮਿਆਨੀ ਰਾਤ ਨੂੰ ਸਾਡਾ ਬਾਪੂ ਅਨੰਦਪੁਰ ਸਾਹਿਬ ਤੋਂ ਨਿਕਲਿਆ ਨਾ, ਤੇ ਗੁਰਮੁਖੋ ਇਤਿਹਾਸ ਦੇ ਪੰਨੇ ਕਹਿੰਦੇ ਕਿ 9 ਕਰੋੜ ਰੁਪਈਆ ਦਰਿਆ ਵੀ ਦਰਿਆ ਬੁਰਦਾ ਕੀਤਾ, ਵੀ ਜਿਵੇਂ ਆਪਾਂ ਕੂੜਾ ਸੁੱਟਦੇ ਆ। 1704 ਵਿੱਚ ਉਹਨੂੰ ਮਲਟੀਪਲਾਈ ਕਰੀਏ ਤੇ ਅੱਜ ਕਿੰਨਾ ਬਣਦਾ, ਵੀ 9 ਕਰੋੜ ਰੁਪਈਆ ਉਸ ਦਰਿਆ ਸਤਲੁਜ ਵਿੱਚ ਸੁੱਟਿਆ। ਤੇ ਸਾਡੀ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਪੁੱਤਰ ਇਹ ਸਿੱਖ ਵੀ ਲੋੜਵੰਦ ਨੇ ਤੇ ਇਹ ਮਾਇਆ ਇਹਨਾਂ ਨੂੰ ਦੇ ਦੇਣੀ ਸੀ। ਤੇ ਕਲਗੀਧਰ ਬਾਪੂ ਕਹਿਣ ਲੱਗੇ, ਮਾਂ ਮੈਨੂੰ ਤੂੰ ਜ਼ਹਿਰ ਦੇ ਦੇਂਗੀ? ਤੇ ਮਾਤਾ ਗੁਜਰ ਕਹਿਣ ਲੱਗੇ, ਪੁੱਤਰ ਵਾਹਿਗੁਰੂ ਕਹੇ ਇਹ ਕਿਵੇਂ ਹੋ ਸਕਦਾ ਹੈ? ਤੇ ਕਲਗੀਧਰ ਬਾਪੂ ਮਾਤਾ ਗੁਜਰ ਕੌਰ ਜੀ ਨੂੰ ਕਹਿਣ ਲੱਗੇ, ਮਾਂ ਜੇ ਤੂੰ ਮੈਨੂੰ ਨਹੀਂ ਦੇ ਸਕਦੀ ਮੈਂ ਆਪਣੇ ਪੁੱਤਰਾਂ ਨੂੰ ਕਿਵੇਂ ਦੇ ਦਿਆਂ? ਤੇ ਆਪਾਂ ਤਾਂ ਗੁਰਮੁਖੋਂ ਨਾਲੇ ਚਾਹ ਪੀਤੀ ਤੇ ਨਾਲੇ ਬਾਟੀ ਜੇਬ 'ਚ ਪਾ ਕੇ ਕਹਿਣ ਲੱਗੇ ਵੀ ਨਾਲੇ ਇਹ ਵੀ ਫੀਸ ਲੈ ਚੱਲੀਏ। ਯਾਦ ਰੱਖਿਆ ਜੇ ਭਾਈ ਗੁਰਦਾਸ ਦੇ ਬੋਲਾਂ ਨੂੰ, ਧਰਮਸਾਲ ਦੀ ਝਾਕ ਵਿਊ ਖੰਡੋਂ ਪਾਜ, ਜਿਵੇਂ ਖੰਡ ਤੇ ਜ਼ਹਿਰ ਤੇ ਖੰਡ ਲਪੇਟੀ ਹੋਵੇ ਨਾ, ਤੇ ਟੇਸਟ ਤਾਂ ਭਾਵੇਂ ਮਿੱਠਾ ਹੋਵੇਗਾ ਪਰ ਫੇਫੜਿਆਂ ਤੇ ਅਸਰ ਕਰੇਗੀ। ਜਿਨ੍ਹਾਂ ਕੋਲੋਂ ਮੈਂ ਵਿਦਿਆ ਪੜ੍ਹੀ, ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ ਕੋਲੋਂ, ਹੁਣ ਤਾਂ ਹਰ ਚੀਜ਼ ਜ਼ਹਿਰ ਹੋ ਗਈ। ਮੈਂ ਪਸਾਰੀ ਦੀ ਦੁਕਾਨ ਤੇ ਖੁਦ ਇਹਨਾਂ ਅੱਖਾਂ ਨਾਲ ਪੜ੍ਹਿਆ ਵੀ ਇੱਥੇ 4 ਪ੍ਰਕਾਰ ਦਾ ਜ਼ਹਿਰ ਮਿਲਦਾ। ਖੇਮਕਰਨ ਇੱਕ ਪਸਾਰੀ ਦੀ ਬਹੁਤ ਵੱਡੀ ਦੁਕਾਨ ਹੁੰਦੀ ਸੀ, ਤੇ ਬਾਰ-ਬਾਰ ਫੱਟੇ ਤੇ ਲਿਖਿਆ ਸੀ 4 ਪ੍ਰਕਾਰ ਦਾ ਜ਼ਹਿਰ ਇੱਥੇ ਮਿਲਦਾ ਹੈ। ਤੇ ਉਹਦੇ ਵਿੱਚ ਇੱਕ ਜ਼ਹਿਰ ਦਾ ਨਾਂ ਸੀ ਮਿੱਠਾ ਤੇਲੀਆ। ਤੇ ਸਾਨੂੰ ਸੰਤਾਂ ਨੇ ਇਹਦੀ ਵਿਆਖਿਆ ਪੜ੍ਹਾਈ, ਪੁੱਤਰ ਖਾਣ ਨੂੰ ਮਿੱਠਾ ਹੁੰਦਾ ਪਰ ਜਾਂਦਿਆਂ ਸਾਰ ਬੰਦੇ ਦੇ ਫੇਫੜੇ ਪਾੜ ਦਿੰਦਾ। ਕਿਹੋ ਜਿਹਾ ਤਿਆਗੀ ਹੈ? ਉਹ ਕਹਿੰਦਾ ਮੈਂ ਆਪਣੇ ਪੁੱਤਰਾਂ ਨੂੰ ਕਿਰਤ ਸਿਖਾਉਣੀ ਹੈ, ਧਰਮੀ ਬਣਾਉਣਾ। ਮਾਂ ਮੈਂ ਆਪਣੇ ਸਿੱਖਾਂ ਨੂੰ ਪੂਜੇ ਦੇ ਧਨ ਨਾਲ ਜੋੜਨਾ ਨਹੀਂ। ਇੰਨਾ ਤਿਆਗੀ। ਆਪਾਂ ਪੜ੍ਹਦੇ ਨਾ, ਵਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਅਕੇਲਾ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਯੂਨੀਕ, ਲਸਾਨੀ। ਤੇਰੇ ਵਰਗਾ ਕੋਈ ਨਹੀਂ। ਕਿਉਂ? ਸਾਡਾ ਬੱਚਾ 2 ਘੰਟੇ ਬਾਜ਼ਾਰੋਂ ਨਾ ਆਵੇ ਤੇ ਆਪਾਂ ਇੱਕਦਮ ਪਰੇਸ਼ਾਨ ਹੋ ਜਾਂਦੇ ਵੀ ਉਹਦਾ ਫੋਨ ਨਹੀਂ ਮਿਲਦਾ। ਲੇਕਿਨ ਚਮਕੌਰ ਦੀ ਗੜੀ ਚੋਂ ਨਿਕਲਿਆ ਤੇ ਪੁੱਤਰਾਂ ਦੇ ਸਰੀਰ ਪਏ ਨੇ, ਤੇ ਬਾਬਾ ਦਇਆ ਸਿੰਘ ਨੂੰ ਕਹਿੰਦਾ, ਦਇਆ ਸਿੰਘ ਮਿੱਟੀ ਨਾਲ ਮੋਹ ਨਹੀਂ ਕਰੀਦਾ, ਆਪਣੀ ਮੰਜ਼ਿਲ ਦੂਰ ਆਪਾਂ ਅੱਗੇ ਨੂੰ ਚੱਲੀਏ। ਇੰਨਾ ਨਿਰਮੋਹ ਹੈ। ਪੁੱਤਰਾਂ ਦੇ ਸਰੀਰ ਪਏ ਨੇ ਲੇਕਿਨ ਉਹਨਾਂ ਤੇ ਕੱਪੜਾ ਨਹੀਂ ਪਾਇਆ। ਕਹਿੰਦੇ ਦਇਆ ਸਿੰਘਾ ਢੱਕੀ ਦਾ ਕਮਜ਼ੋਰੀ ਨੂੰ, ਢੱਕੀ ਦਾ ਬੁਰਾਈ ਨੂੰ, ਨੇਕੀ ਨੂੰ ਢੱਕੀ ਦਾ ਨਹੀਂ। ਇਤਿਹਾਸ ਦੇ ਪੰਨਿਆਂ 'ਚ ਇਹ ਵੀ ਦਰਜ ਹੈ ਕਿ ਕਲਗੀਧਰ ਬਾਪੂ ਨੇ ਜਕਾਰੇ ਛੱਡੇ ਤੇ ਸਿੰਘਾਂ ਨੇ ਆਖਿਆ, ਪਾਤਸ਼ਾਹ ਕਾਹਦੀਆਂ ਖੁਸ਼ੀਆਂ? ਕਹਿੰਦੇ ਮੇਰੇ ਪੁੱਤਰਾਂ ਦਾ ਵਾਸ ਨੋਚ ਕੇ ਜਦੋਂ ਇੱਲਾਂ ਆਕਾਸ਼ ਨੂੰ ਜਾਣਗੀਆਂ ਤੇ ਪੰਥ ਦੇ ਝੰਡੇ ਇੰਨੇ ਉੱਚੇ ਝੁੱਲਣਗੇ। ਜਦੋਂ ਕੀੜੀਆਂ ਮੇਰੇ ਬੇਟਿਆਂ ਦਾ ਮਾਸ ਤੋੜ ਕੇ ਪਤਾਲ ਜਾਣਗੀਆਂ, ਮੇਰੇ ਪੰਥ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋਣਗੀਆਂ। ਇੰਨਾ ਨਿਰਮੋਹ ਹੈ। ਤੇ ਆਪਾਂ 60 ਪੇਜਾਂ ਦੀ ਕਿਤਾਬ ਲਿਖ ਕੇ ਤੇ ਉੱਪਰ ਲਿਖਦੇ ਨੇ ਪ੍ਰਕਾਸ਼ ਦੀ ਹੱਕ ਰਾਖਵੇਂ ਨੇ। ਇੰਨਾ ਵੱਡਾ ਸਾਹਿਤ ਲਿਖਿਆ ਜਿਹਨੂੰ ਵਿਦਿਆਧਰ ਗ੍ਰੰਥ ਵੀ ਕਿਹਾ ਜਾਂਦਾ ਹੈ। ਪਾਤਸ਼ਾਹ ਨੇ ਬੇਅੰਤ ਰਚਨਾਵਾਂ ਲਿਖੀਆਂ, ਦਰਿਆ ਬੁਰਦਾ ਹੋ ਗਈਆਂ। ਇੰਨਾ ਵੱਡਾ ਵਿਦਵਾਨ ਹੈ, ਤਿਆਗੀ, ਨਿਰਮੋਹ, ਵਿਦਵਾਨ। ਔਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਤਾਂ ਨਿੱਕੀ ਜਿਹੀ ਗੱਲ ਤੇ ਗੱਲਾਂ ਕਰਦੇ ਹਾਂ। ਮਾਛੀਵਾੜੇ ਦੇ ਜੰਗਲ ਦੇ ਵਿੱਚ ਇੱਕ ਸ਼ਬਦ ਕਹਿ ਕੇ ਤੇ ਸਾਨੂੰ ਜਗਾਉਂਦਾ ਮੇਰਾ ਪਾਤਸ਼ਾਹ। ਖਿਆਲ ਪਾਤਸ਼ਾਹੀ 10ਵੀਂ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਵਾਸਾਂ ਦੇ ਰਹਿਣਾ, ਸੂਲ ਸਰਾਈ ਖੰਜਰ ਪਿਆਲਾ,
ਬੈਂਕ ਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਸੋ ਇਸ ਪ੍ਰਕਾਰ ਇਹਦਾ ਭਾਵ ਹੈ ਵੀ ਮੈਂ ਕਿਹੜੇ ਗੁਰੂ ਦੇ ਕੋਲੋਂ ਦੀਖਿਆ ਲਵਾਂ ਜਿਹੜਾ ਪੂਰਾ ਹੋਵੇ, ਅਧੂਰੇ ਕੋਲੋਂ ਨਹੀਂ। ਇਹ ਗੱਲ ਤਾਂ ਚੱਲੀ, ਕੌਣ ਗੁਰੂ ਕਹਿ ਪੇ ਦੀਖਿਆ ਲੇਵਾ, ਕਿਹਦੇ ਕੋਲੋਂ ਅਧਿਆਤਮਿਕ ਸਿੱਖਿਆ ਲਵਾਂ, ਕਿਹੜੇ ਗੁਰੂ ਨੂੰ ਧਾਰਨ ਕਰਨਾ। ਅੱਜ ਨਕਲੀ ਗੁਰੂਆਂ ਕੋਲ ਜਾਂਦੇ ਤੇ ਨਕਲੀ ਗੁਰੂ ਕਹਿੰਦਾ ਵੀ ਇਹਨੂੰ ਕਿਸੇ ਨੂੰ ਦੱਸੀ ਨਾ, ਪਤਾ ਨਹੀਂ ਮੁਸ਼ਕ ਪੂਰੇ ਵੀ ਇਹ ਮੰਤਰੀ ਉੱਡ ਜਾਏਗਾ। ਆ ਲੋਕੀ ਲੈਂਦੇ ਨੇ ਕੰਨਾਂ 'ਚ ਫੂਕਾਂ ਮਰਾਉਣ ਜਾਂਦੇ ਨੇ, ਆਖੇ ਜੀ ਨਾਮ ਲੈ ਕੇ ਆਇਆ ਤੇ ਗੁਰਬਾਣੀ ਕੀ ਹੈ ਇਹ ਦੱਸੇਗਾ ਤੈਨੂੰ ਕੋੜ ਹੋ ਜਾਏਗਾ। ਤੇ ਲੋਕਾਂ ਦਾ ਬੇੜਾ ਗਰਕਦਾ ਉਹਨੂੰ ਕਿਉਂ ਨਹੀਂ ਹੋਇਆ? ਗੁਰਮੁਖੋ ਸਾਡਾ ਨਾਮ ਕਿਹੜਾ ਹੈ, ਸਾਡਾ ਗੁਰਮੰਤਰ ਕਿਹੜਾ ਹੈ? ਵਾਹਿਗੁਰੂ ਗੁਰਮੰਤਰ ਹੈ, ਜਾਪੋ ਹੋਮੇ ਕੋਈ। ਆਪਾਂ ਅਕਸਰ ਤਕਰੀਬਨ ਅਰਦਾਸ ਤੋਂ ਬਾਅਦ ਇਹ ਦੋਹਰਾ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਇਸ ਨਾਮ ਤੇ ਯਕੀਨ ਘਟਦੇ ਦੂਜਿਆਂ ਤੇ ਜ਼ਿਆਦਾ। ਇਹ ਭਗਵਾਨ ਦਾ ਨਾਮ ਅਜਿਹਾ ਹੈ। ਗੁਰੂ ਕੀ ਬਾਣੀ 'ਚ ਬਾਬਾ ਕਬੀਰ ਜੀ ਕਹਿੰਦੇ, ਕਬੀਰ ਸੁਪਨੇ ਹੂ ਬਰੜਾਏ ਕੇ, ਜੇ ਮੁਖ ਨਿਕਸੇ ਰਾਮ, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੁਰਗ੍ਰਾਮ। ਇਹ ਨਾਮ ਇੰਨਾ ਮਹਾਨ ਹੈ, ਇੰਨਾ ਵੱਡਾ ਹੈ, ਇਹਦੀ ਵਡਿਆਈ ਇੰਨੀ ਜ਼ਿਆਦੀ ਹੈ। ਲੋਕੀ ਤਾਂ ਕਹਿੰਦੇ ਨਾ ਉੱਚੀ ਨਾ ਬੋਲੀ, ਇਹ ਕਿਸੇ ਨੂੰ ਸੁਣ ਨਾ ਜਾਏ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਜੇ ਕਿਤੇ ਪਾਸਾ ਵੜਦਿਆਂ ਰਾਤ ਨੂੰ ਸੁੱਤਿਆਂ ਪਿਆ ਤੇਰੀ ਜ਼ਬਾਨ ਤੋਂ ਵਾਹਿਗੁਰੂ ਨਿਕਲ ਜਾਏ, ਰਾਮ ਨਿਕਲ ਜਾਏ, ਤੇ ਤੂੰ ਤਾਂ ਪਵਿੱਤਰ ਹੋਣਾ, ਤੇਰਾ ਪਿੰਡ ਪਵਿੱਤਰ ਹੋ ਜਾਏਗਾ। ਇਹ ਹੈ ਦਿਖਿਆ। ਕਿਹੜੇ ਗੁਰੂ ਦੇ ਕੋਲੋਂ ਇਹੋ ਜੀ ਅਧਿਆਤਮਿਕ ਦਿਖਿਆ ਲਵਾਂ, ਕਿਹੜਾ ਗੁਰੂ ਧਾਰਨ ਕਰਨਾ ਕਰਾਂ ਜੀ? ਕੈ ਪਹਿ ਮੁੱਲ ਕਰਾਵਾ। ਤੇ ਜਿਵੇਂ ਆਪਾਂ ਕਹਿੰਦੇ ਵੀ ਇਹ ਚੀਜ਼ ਕਿੰਨੀ ਕੁ ਦੀ ਹੈ, ਉਹਦੀ ਆਪਾਂ ਕੀਮਤ ਪਾਉਂਦੇ ਆ। ਇਸ ਪ੍ਰਕਾਰ ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰ, ਮੈਂ ਤੇਰੀ ਕੀਮਤ ਕਿਹਦੇ ਕੋਲੋਂ ਪਾਉਣਾ ਕਰਾਂ? ਆਪਾਂ ਰੋਜ਼ਾਨਾ ਇਹ ਪੜ੍ਹਦੇ ਤੇ ਸੁਣਦੇ ਆ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜਿਹੜਾ ਪਰਿਪੂਰਨ ਪ੍ਰਮਾਤਮਾ ਦਾ ਨਾਮ ਹੈ ਨਾ, ਉਹਦੇ ਬਰਾਬਰ ਕੋਈ ਦੁਨੀਆ ਦੀ ਵਸਤੂ ਹੈ ਹੀ ਨਹੀਂ। ਹਿੰਦੁਸਤਾਨ ਦੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਇੱਕ ਉਦਾਹਰਨ ਹੈ ਕਿ ਜਿਹੜੀਆਂ ਕ੍ਰਿਸ਼ਨ ਮਹਾਰਾਜ ਦੀਆਂ ਗੋਪੀਆਂ ਸਨ, ਉਹਨਾਂ ਨੂੰ ਕਿਸੇ ਨੇ ਕਿਹਾ ਵੀ ਬੀਬਾ ਜਿਹੜੀ ਚੀਜ਼ ਦਾਨ ਦੇ ਦਈਏ ਉਹਦਾ ਫਲ ਜ਼ਿਆਦਾ ਮਿਲਦਾ ਹੈ, ਤੇ ਤੁਹਾਡਾ ਕ੍ਰਿਸ਼ਨ ਦੇ ਨਾਲ ਸੰਬੰਧ ਹੈ, ਤੇ ਜੇ ਇਹ ਤੁਸੀਂ ਦਾਨ ਕਰਦੇ ਹੋ ਤੇ ਤੁਹਾਨੂੰ ਹੋਰ ਮਹਾਤਮ ਮਿਲ ਜਾਏਗਾ। ਇਹ ਲਿਖਤਾਂ ਵਿੱਚ ਸਾਖੀ ਆਮ ਪ੍ਰਚਲਿਤ ਹੈ। ਉਹ ਕਹਿਣ ਲੱਗਿਆ, ਨਾਰਦ ਜੀ ਸਾਨੂੰ ਪ੍ਰਵਾਨ ਹੈ। ਤੇ ਨਾਰਦ ਜੀ ਕ੍ਰਿਸ਼ਨ ਨੂੰ ਕਹਿਣ ਲੱਗੇ ਵੀ ਚੰਗਾ, ਹੁਣ ਤੁਹਾਨੂੰ ਗੋਪੀਆਂ ਨੇ ਦਾਨ ਦਿੱਤਾ ਤੇ ਮੇਰੇ ਨਾਲ ਚੱਲੋ। ਜਦੋਂ ਤੁਰਨ ਲੱਗੇ ਤੇ ਬੀਬੀਆਂ ਨੇ ਵਿਰਾਗ ਕੀਤਾ, ਵਰਲਾਪ ਕੀਤਾ, ਤੇ ਉਹ ਨਾਰਦ ਜੀ ਨੂੰ ਕਹਿਣ ਲੱਗੀਆਂ ਵੀ ਇਹਦਾ ਕੋਈ ਹੱਲ ਵੀ ਹੈ, ਮਸਲਾ ਹੋ ਸਕਦਾ ਹੱਲ? ਨਾਰਦ ਜੀ ਕਹਿਣ ਲੱਗੇ ਵੀ ਜੇ ਤੁਸੀਂ ਇਹਦੇ ਬਰਾਬਰ ਕੋਈ ਮੈਨੂੰ ਕੀਮਤੀ ਸੋਨਾ ਵਗੈਰਾ ਦੇ ਦਿਓ ਤੇ ਮੈਂ ਉਹ ਲੈ ਜਾਵਾਂਗਾ, ਛੱਡ ਜਾਵਾਂਗਾ। ਉਹਨਾਂ ਪਾਇਆ, ਗੱਲ ਨਾ ਬਣੀ। ਕੁਝ ਸਮੇਂ ਤੋਂ ਬਾਅਦ ਕ੍ਰਿਸ਼ਨ ਜੀ ਹੱਸ ਕੇ ਕਹਿਣ ਲੱਗੇ, ਭਰਿਓ ਜੇ ਭਾਰੀ ਗੱਲ ਕਰਨੀ ਤੇ ਭਗਵਾਨ ਦਾ ਨਾਮ ਲਿਖ ਕੇ ਦੂਜੇ ਪਾਸੇ ਪਾਓ ਤੇ ਇਹ ਮੇਰੇ ਵਾਲਾ ਪਾਸਾ ਹੋਰਾ ਹੋ ਜਾਏਗਾ। ਉਹਨਾਂ ਦੀ ਧਾਰਮਿਕ ਰਵਾਇਤ ਦੇ ਮੁਤਾਬਕ ਉਹਨੂੰ ਰਾਮ ਕਹਿ ਦਿਓ, ਉਹਨੂੰ ਸ਼ਾਮ ਕਹਿ ਦਿਓ, ਜੋ ਕੁਝ ਵੀ ਹੈ ਦੂਸਰੇ ਪਾਸੇ ਪਾਇਆ। ਤੇ ਕਹਿੰਦੇ ਭਗਵਾਨ ਕ੍ਰਿਸ਼ਨ ਦਾ ਪੱਲਾ ਹੌਲਾ ਹੋ ਗਿਆ ਤੇ ਨਾਮ ਵਾਲਾ ਪਾਸਾ ਭਾਰੀ ਹੋ ਗਿਆ। ਭਾਵ ਪਰਮਾਤਮਾ ਦਾ ਨਾਮ ਇੰਨਾ ਬਕੀਮਤਾ ਹੈ। ਸੋ ਇਸ ਪ੍ਰਕਾਰ ਇਹ ਮੇਰੇ ਵਾਹਿਗੁਰੂ, ਹੇ ਪਰਿਪੂਰਨ ਪਰਮਾਤਮਾ, ਮੈਂ ਤੇਰਾ ਮੁੱਲ ਕਿਹਦੇ ਕੋਲੋਂ ਪਾਉਣਾ ਕਰਾਂ? ਮੇਰੇ ਲਾਲ ਜੀਓ। ਲਾਲ ਦਾ ਅਰਥ ਕਰਦੇ ਨੇ ਪਿਆਰਾ। ਹੇ ਮੇਰੇ ਪ੍ਰਮਾਤਮਾ, ਤੂੰ ਬੜਾ ਪਿਆਰਾ ਹੈ, ਤੇਰਾ ਅੰਤ ਨਾ ਜਾਣਾ। ਜੇ ਕੋਈ ਬੰਦਾ ਕਵੇ ਨਾ ਵੀ ਤੇਰਾ ਅਖੀਰ ਪਾ ਲੇ ਤੇ ਪਾਇਆ ਨਹੀਂ ਜਾਂਦਾ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੀ ਦੇਣ ਨਾ ਅੰਤ,
ਅੰਤ ਨ ਵੇਖਣ ਸੁਣਨ ਅੰਤ ਨ ਜਾਪੇ ਕਿਆ ਮਨ ਮੰਤ, ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਔਰ ਉਹ ਜਦੋਂ ਆਪਾਂ ਅੰਤ ਪੜ੍ਹਦੇ ਆ ਨਾ, ਖਿਆਲ ਰੱਖਿਆ ਜੇ, ਉਹਦੇ ਥੱਲੇ ਔਂਕੜ ਲੱਗਾ ਸਾਰਿਆਂ ਥਾਵਾਂ ਤੇ, ਅੰਤ ਥੱਲੇ। ਵੀ ਦੁਨੀਆ ਬਾਕੀ ਦੀਆਂ ਚੀਜ਼ਾਂ ਦਾ ਅੰਤ ਤਾਂ ਹੈ, ਲੇਕਿਨ ਇੱਕ ਪਰਿਪੂਰਨ ਪ੍ਰਮਾਤਮਾ ਦਾ ਅੰਤ ਨਹੀਂ, ਅਖੀਰ ਨਹੀਂ। ਇਸ ਕਰਕੇ ਹੀ ਵਾਹਿਗੁਰੂ ਤੂੰ ਮੇਰਾ ਪਿਆਰਾ ਹੈ, ਤੇ ਮੈਂ ਤੇਰੇ ਅਖੀਰ ਨੂੰ ਦੱਸ ਨਹੀਂ ਸਕਦਾ ਵੀ ਤੇਰਾ ਅਖੀਰ ਕਿੱਥੇ ਹੈ। ਤੂੰ ਜਲ ਥਲ ਮਹੀਲ ਭਰਪੂਰ ਲੀਣਾ। ਲੇਕਿਨ ਤੇਰੀ ਰਹਿਮਤ ਨਾਲ ਜੋ ਮੈਨੂੰ ਮਹਿਸੂਸ ਹੋਇਆ, ਜੋ ਮੈਂ ਅਹਿਸਾਸ ਕੀਤਾ ਹੈ, ਇੱਕ ਹੋਰ ਨੋਟ ਕਰਨੀ, ਮੈਂ ਤਕਰੀਬਨ ਬੇਨਤੀ ਕਰਦਾ ਰਹਿਣਾ, ਆਪਾਂ ਜਦੋਂ ਵੀ ਕਿਸੇ ਭੈਣ ਭਰਾ ਮਿੱਤਰ ਦੋਸਤ ਨੂੰ ਮਿਲਦੇ ਆ ਤੇ ਸਾਡਾ ਇੱਕ ਤਰੀਕਾ ਵੀ ਭੈਣ ਜੀ ਤੁਸੀਂ ਕਦੋਂ ਆਇਓ, ਭਾਈ ਸਾਹਿਬ ਤੁਹਾਡਾ ਕੀ ਹਾਲ ਹੈ। ਤੇ ਜੇ ਕੋਈ ਆਖੇ ਵੀ ਤੂੰ ਕਦੋਂ ਆਇਆ, ਤੇ ਆਪਾਂ ਥੋੜਾ ਜਿਹਾ ਪਾਸੇ ਹੋ ਕੇ ਕਹਿੰਦੇ ਆ ਵੀ ਇਹਨੂੰ ਅਕਲ ਨਹੀਂ ਆਉਂਦੀ, ਇਹਨੂੰ ਮੈਨਰ ਨਹੀਂ ਆਉਂਦਾ। ਉਹ ਪਤਾ ਨਹੀਂ ਮੈਨਰ ਅੰਗਰੇਜ਼ੀ ਦਾ ਲਫ਼ਜ਼ ਕੀ ਉਤਰਾ ਹੁੰਦਾ ਹੈ, ਮੈਨਰ, ਵੀ ਇਹਨੂੰ ਮੈਨਰ ਨਹੀਂ ਆਉਂਦਾ। ਕਿਉਂ? ਇਹ ਤੂੰ ਕਰਕੇ ਬੋਲਦਾ। ਤੇ ਜੇ ਤੁਸੀਂ ਆਖੀਏ ਤੇ ਠੀਕ, ਲੇਕਿਨ ਗੁਰੂ ਕੀ ਬਾਣੀ ਵਿੱਚ ਜਿੱਥੇ ਵੀ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗੁਰਮੁਖੋ, ਤੁਸੀਂ ਨਹੀਂ ਆਖਿਆ ਤੂੰ ਆਇਆ ਜੇ। ਕਿਉਂ? ਕਾਰਨ ਕੀ ਹੈ? ਤੂੰ ਦਾ ਭਾਵ ਹੈ ਯੂਨੀਕ, ਕੇਵਲ ਤੇ ਕੇਵਲ ਇੱਕ ਤੂੰ। ਆਪਾਂ ਕਹਿੰਦੇ ਫਲਾਣੇ ਦਾ ਸੁਭਾਅ ਫਲਾਣੇ ਨਾਲ ਮਿਲਦਾ ਹੈ, ਫਲਾਣੇ ਦਾ ਤੋਰ ਫਲਾਣੇ ਨਾਲ ਮਿਲਦੀ ਹੈ, ਫਲਾਣਾ ਫਲਾਣੇ ਵਾਂਗੂ ਵੇਖਦਾ, ਉਹਦੀ ਆਵਾਜ਼ ਫਲਾਣੇ ਵਰਗੀ ਹੈ। ਲੇਕਿਨ ਪ੍ਰਮਾਤਮਾ ਇੱਕ ਅਜਿਹਾ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸ ਕਰਕੇ ਕਿਹਾ ਤੂੰ, ਕਿ ਤੇਰੇ ਵਰਗਾ ਤੂੰ ਹੈ, ਤੇਰਾ ਸਰੀਰ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਕੇਵਲ ਤੇ ਕੇਵਲ ਇੱਕ ਤੂੰ ਜਲ ਪਾਣੀ ਦੇ ਵਿੱਚ ਹੈ, ਥਲ ਥਲਾਂ ਦੇ ਵਿੱਚ ਹੈ, ਮਈ ਧਰਤੀ ਦੇ ਵਿੱਚ ਹੈ, ਤੇ ਅਲ ਨਾਮ ਆਕਾਸ਼ ਦਾ। ਆਮ ਕਰਕੇ ਆਪਾਂ ਮਹੀਲ ਪੜ੍ਹਦੇ ਹਨ, ਕਈ ਬੰਦੇ ਪੁੱਛਦੇ ਵੀ ਗਿਆਨੀ ਜੀ ਅਲ ਦਾ ਕੀ ਅਰਥ ਹੋਇਆ? ਅਲ ਦਾ ਅਰਥ ਹੈ ਆਕਾਸ਼, ਮਈ ਦਾ ਅਰਥ ਹੈ ਧਰਤੀ, ਜਲ ਦਾ ਅਰਥ ਹੈ ਪਾਣੀ, ਤੇ ਥਲ ਦਾ ਅਰਥ ਜਿਵੇਂ ਆਪਾਂ ਧਰਤੀ ਦਾ ਉੱਪਰਲਾ ਹਿੱਸਾ ਹੈ ਨਾ। ਕਹਿੰਦੇ ਕੋਈ ਜਗ੍ਹਾ ਨਹੀਂ ਜਿੱਥੇ ਤੂੰ ਵਿਆਪਕ ਨਾ ਹੋਵੇਂ। ਤੂੰ ਪਾਣੀ ਦੇ ਵਿੱਚ ਵੀ ਹੈ, ਤੂੰ ਧਰਤੀ ਦੇ ਵਿੱਚ ਵੀ ਹੈ, ਤੂੰ ਆਕਾਸ਼ ਦੇ ਵਿੱਚ ਵੀ ਹੈ। ਤੂੰ ਆਪੇ ਸਰਬ ਸਮਾਣਾ। ਭਰਪੂਰ ਲੀਣਾ ਤੋਂ ਭਾਵ ਐ ਨਕੋ ਨਕ ਭਰਿਆ ਹੋਇਆ। ਇਹ ਨਹੀਂ ਵੀ ਫਲਾਣੇ ਥਾਂ ਤੇ ਰੱਬ ਘੱਟ ਹੈ ਤੇ ਫਲਾਣੇ ਥਾਂ ਤੇ ਜ਼ਿਆਦਾ ਹੈ। ਭਰਪੂਰ ਤੋਂ ਭਾਵ ਹੈ ਲਬਾਲਬ ਭਰਿਆ ਹੋਇਆ, ਕੋਈ ਜਗ੍ਹਾ ਨਹੀਂ ਜਿੱਥੇ ਤੂੰ ਨਾ ਹੋਵੇਂ। ਤੂੰ ਆਪੇ ਸਰਬ ਸਮਾਣਾ। ਤੇ ਫਿਰ ਆਪਾਂ ਕਹਿੰਦੇ ਵੀ ਇਹਦੇ ਵਿੱਚ ਹੈ ਤੇ ਇਹਦੇ ਵਿੱਚ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਸਾਰਿਆਂ ਵਿੱਚ ਅਭੇਦ ਹੈ, ਸਾਰਿਆਂ ਵਿੱਚ ਸਮਾਇਆ ਹੋਇਆ। ਜਦੋਂ ਅਸੀਂ ਬਾਬਾ ਨਾਮਦੇਵ ਦਾ ਜੀਵਨ ਪੜ੍ਹਦੇ ਹਾਂ ਨਾ, ਤੇ ਆਮ ਕਰਕੇ ਇਤਿਹਾਸ ਵਿੱਚ ਜਾਂ ਆਪਾਂ ਆਮ ਪ੍ਰਚਲਿਤ ਕਹਿੰਦੇ ਵੀ ਬਾਬਾ ਨਾਮਦੇਵ ਜੀ ਨੂੰ 72 ਵੇਰਾਂ ਦਰਸ਼ਨ ਹੋਏ, ਜਿਹੜੀ ਆਮ ਲੋਕ ਕਹਾਵਤ ਹੈ। ਬਾਬਾ ਨਾਮਦੇਵ ਨੂੰ ਪੁੱਛਿਆ ਵੀ ਬਾਬਾ ਜੀ ਤੁਹਾਨੂੰ ਕਿੰਨੀ ਵਾਰ ਦਰਸ਼ਨ ਹੋਏ ਨੇ? ਉਹਨਾਂ ਦੀ ਪੰਕਤੀ ਨਾਮ ਦਿਓ ਬੱਸੇ ਹਰ ਜਿਉ ਸੰਗ। ਭਰਿਓ ਤੁਸੀਂ ਮੇਰੀਆਂ ਰੱਬ ਨਾਲ ਮੀਟਿੰਗਾਂ ਦੀ ਗਿਣਤੀ ਕਰਦੇ, ਰੱਬ ਤਾਂ ਮੇਰੇ ਨਾਲ ਅੱਠੇ ਪੈਰ ਰਹਿੰਦਾ। ਨਾਮ ਦਿਓ ਬੱਸੇ ਹਰ ਜਿਉ ਸੰਗ, ਉਹ ਪਰਿਪੂਰਨ ਪ੍ਰਮਾਤਮਾ ਮੇਰੇ ਨਾਲ ਵਸਦਾ। ਬਾਬਾ ਨਾਮਦੇਵ ਦੇ ਜੀਵਨ ਦੀ ਸਾਖੀ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਪੜ੍ਹਾਈ ਸਿਖਾਈ। ਉਹ ਕਹਿੰਦੇ ਕਿ ਇੱਕ ਵਾਰ ਬਾਬਾ ਨਾਮਦੇਵ ਜੀ ਦੀ ਧਰਮ ਪਤਨੀ ਆਪਣੇ ਪੇਕੇ ਕਰ ਗਈ, ਤੇ ਰੋਟੀ ਤਾਂ ਖਾਣੀ ਹੈ ਨਾ। ਬਾਬਾ ਨਾਮਦੇਵ ਜੀ ਪ੍ਰਸ਼ਾਦਾ ਪਕਾਉਣ ਲੱਗੇ ਤੇ ਜਿਹੜੀ ਘਿਓ ਵਾਲੀ ਠੋਡੀ ਸੀ ਉਹ ਅੰਦਰ ਰਹਿ ਗਈ। ਜਦੋਂ ਉਹ ਘਿਓ ਲੈਣ ਅੰਦਰ ਗਏ ਨਾ, ਤੇ ਕੁੱਤਾ ਸੀ ਬਾਹਰ। ਜਿੰਨੀਆਂ ਚੰਗੇਜ ਰੋਟੀਆਂ ਸਨ ਉਹਨੇ ਮੂੰਹ ਪਾਇਆ ਤੇ ਰੋਟੀਆਂ ਲੈ ਕੇ ਤੇ ਭੱਜ ਉੱਠਿਆ। ਮੈਂ ਤੁਹਾਨੂੰ ਸੁਣਾ ਰਿਹਾ ਸਾਖੀ, ਤੁਸੀਂ ਸੁਣ ਲਿਓ। ਪਰ ਗੁਰਮੁਖੋ ਪ੍ਰੈਕਟੀਕਲ ਤੌਰ ਤੇ ਕਰਨਾ ਬੜਾ ਔਖਾ ਜੇ। ਕੇਵਲ ਕਹਿ ਦੇਣਾ ਤੇ ਸੁਣ ਲੈਣਾ ਬੜਾ ਸੌਖਾ, ਪਰ ਪ੍ਰੈਕਟੀਕਲ ਤੌਰ ਤੇ ਹੁੰਦਾ ਨਹੀਂ ਜੇ। ਜਿਹਦੇ ਤੇ ਕਿਰਪਾ ਉਹ ਕਰੇਗਾ। ਉੱਥੇ ਉਹਨਾਂ ਸਾਨੂੰ ਪੜ੍ਹਾਇਆ, ਅੱਗੇ ਅੱਗੇ ਕੁੱਤਾ ਤੇ ਪਿੱਛੇ ਪਿੱਛੇ ਬਾਬਾ ਨਾਮਦੇਵ ਕੋਲ ਠੂਠੀ, ਤੇ ਆਵਾਜ਼ ਮਾਰ ਕੇ ਕਹਿਣ ਲੱਗੇ ਭਗਵਾਨ
ਇੰਨਾ ਧੱਕਾ ਨਾ ਕਰ, ਅਸੀਂ ਤੇਰੇ ਸੇਵਾਦਾਰ ਤੇ ਅਸੀਂ ਚੋਪੜੀਆਂ ਖਾਈਏ, ਤੁਸੀਂ ਇਹਨੂੰ ਚੋਪੜੀਆਂ ਛਕੋ। ਤੁਸੀਂ ਚੋਪੜੀਆਂ ਮੇਰੇ ਤੇ ਕਿਰਪਾ ਕਰੋ, ਮੇਰੇ ਕੋਲ ਚੋਪੜੀਆਂ ਤੇ ਤੁਹਾਡੇ ਕੋਲ ਚੋਪੜੀਆਂ ਨੇ, ਚੋਪੜੀਆਂ ਨਾ ਖਾਓ। 2 ਕੋਹ ਤੱਕ ਕੁੱਤੇ ਦੇ ਮਗਰ ਬਾਬਾ ਨਾਮਦੇਵ ਜੀ ਗਏ। ਅੱਗੋਂ ਆਵਾਜ਼ ਆਈ, ਨਾਮਦੇਵ ਕੋ ਕਸਰ ਰਹਿ ਗਈ, ਹੁਣ ਸਾਨੂੰ ਕੁੱਤਿਆਂ ਵਿੱਚ ਹੀ ਫਿੱਟ ਕਰ ਦਿੱਤਾ ਏ। ਤੇ ਬਾਬਾ ਨਾਮਦੇਵ ਨੇ ਆਖਿਆ, ਭਗਵਾਨ ਮੈਂ ਭੁੱਲ ਗਿਆ, ਪਰ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਤਾਂ ਦੱਸ ਵੀ ਤੂੰ ਹੈ ਕਿੱਥੇ। ਨਹੀਂ, ਮੈਂ ਭੁੱਲ ਗਿਆ, ਪਰ ਤੂੰ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਸਮਝਾ ਵੀ ਤੂੰ ਹੈ ਕਿੱਥੇ। ਨਹੀਂ, ਰੱਬ ਦੇ ਪਿਆਰਿਆਂ ਨੇ ਉਹਨੂੰ ਹਰ ਥਾਂ ਤੇ ਤੱਕਿਆ। 27 ਵਿਸਾਖ ਨੂੰ ਆਪਣੇ ਪੰਜਾਬ ਦੇ ਵਿੱਚ 360 ਮੇਲੇ ਲੱਗਦੇ ਨੇ ਸੰਤ ਬਾਬਾ ਵੀਰ ਸਿੰਘ ਨਰੰਗਾਬਾਦੀ ਦੀ ਯਾਦ ਵਿੱਚ। ਉਹਨਾਂ ਦਾ ਕਿਤੇ ਜੀਵਨ ਪੜ੍ਹੋ, ਮੈਂ ਪੜ੍ਹਿਆ ਹੈ। ਅੱਧੀ ਰਾਤ ਦਾ ਟਾਈਮ ਤੇ ਬਾਬਾ ਵੀਰ ਸਿੰਘ ਨਰੰਗਾਬਾਦੀ ਲਾਂਗਰੀ ਨੂੰ ਕਹਿੰਦੇ ਵੀ ਗੁਰਮੁਖਾ ਆਪਣੇ ਘਰ ਪ੍ਰਾਹੁਣੇ ਆਏ ਨੇ, ਗੁਰੂ ਨਾਨਕ ਦੇ ਘਰ ਪ੍ਰਾਹੁਣੇ ਆਏ ਤੇ ਗੁਰਮੁਖਾ ਭੁੱਖੇ ਰਹਿਣ ਤੇ ਤਾਂ ਰੋਂਦੇ ਨੇ। ਲਾਂਗਰੀ ਵਿਚਾਰਾ ਇੱਕਦਮ ਉੱਠਿਆ, ਕਹਿੰਦੇ ਗੁਰਮੁਖਾ ਤੂੰ ਮਾੜਾ ਥੋੜਾ ਜਿਹਾ ਆਟਾ ਗੁੰਨ ਤੇ ਮੈਂ ਉਹਨਾਂ ਚ ਲੋਹ ਧੋਣਾ। ਲੋਹ ਧਾਈ ਔਰ ਉਹਨਾਂ ਕੁੱਤਿਆਂ ਨੂੰ ਚੇਚੇ ਤੌਰ ਤੇ ਅੱਧੀ ਰਾਤ ਪ੍ਰਸ਼ਾਦੇ ਪਕਾ ਕੇ ਖਵਾਏ ਬਾਬਾ ਵੀਰ ਸਿੰਘ ਨਰੰਗਾਬਾਦੀ ਨੇ। ਇਹ ਕਿਹਨਾਂ ਦੀ ਅਵਸਥਾ ਹੈ, ਜਿਨ੍ਹਾਂ ਨੂੰ ਹਰ ਥਾਂ ਤੇ ਪਰਮਾਤਮਾ ਦਿਸਿਆ। ਤੂੰ ਜਲ ਥਲ ਮਈਲ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ। ਜਿਵੇਂ ਆਪਾਂ ਪੜ੍ਹਦੇ ਹਾਂ ਦਸਮ ਪਾਤਸ਼ਾਹ ਦੀ ਪਾਵਨ ਬਾਣੀ, ਦਿਉਰਾ ਮਸੀਤ ਸੋਈ ਪੂਜਾ ਔਰ ਨਮਾਜ਼ ਹੋਈ, ਮਾਨ ਸਭ ਏਕ ਅਨੇਕ ਕੋ ਪ੍ਰਭਾਵ ਹੈ, ਏਕੇ ਨੈਣ ਏਕੇ ਕਾਨ, ਏਕੇ ਦੇ ਏਕੇ ਬਾਨ, ਖਾਕ ਬਾਦ ਆਦ ਛਾਓ ਉਹ ਆਪ ਕਰ ਲਾਓ ਹੈ। ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਸਿੱਖ, ਬਣਿਆ ਤਾਂ 5 ਤੱਤਾਂ ਦਾ ਹੀ ਹੈ ਨਾ। ਇਹ ਤਾਂ ਨਹੀਂ ਦੂਜੇ ਤੱਤ ਘਟਨੇ ਤੇ ਕਿਸੇ 'ਚ ਵੱਧ ਨੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਤੂੰ ਆਪੇ ਸਰਬ ਸਮਾਣਾ, ਤੂੰ ਆਪ ਖੁਦ ਸਾਰਿਆਂ ਵਿੱਚ ਵਿਆਪਕ ਹੈ। ਰਹਾਉ ਬਸ ਰਾਮ ਦੇ ਕਰ ਕਿਰਪਾ ਕਰਦੇ ਨੇ ਗੁਰਮੁਖੋ। ਇਹਦਾ ਇੱਕ ਵਿਦਵਾਨ ਨੇ ਇਹ ਵੀ ਅਰਥ ਕੀਤਾ ਹੈ ਰਹਾਉ ਦਾ। ਵੈਸੇ 44 ਅਰਥ ਨੇ ਇਹਦੇ, ਹੁਣ ਤੱਕ ਵਿਦਵਾਨਾਂ ਨੇ ਕੀਤੇ। ਉਹ ਇਹ ਕਹਿੰਦੇ ਨੇ ਰਹਾਉ, ਇਹ ਕਹਿੰਦੀ ਹੈ ਵੀ ਗੁਰਮੁਖਾ ਜਿਹੜੀ ਇਹ ਪੰਕਤੀ ਰਹਾਉ ਤੋਂ ਪਹਿਲਾਂ ਹੈ ਨਾ, ਇਹਦੇ ਨਾਲ ਆਪਣੇ ਜੀਵਨ ਦੀ ਤੁਲਨਾ ਕਰ ਵੀ ਤੂੰ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ। ਜੇ ਬਣ ਗਿਆ ਤੇ ਸ਼ੁਕਰਾਨਾ ਕਰ ਵਾਹਿਗੁਰੂ ਦਾ, ਜੇ ਨਹੀਂ ਬਣਿਆ ਤੇ ਅਰਦਾਸ ਕਰ ਪਰਮਾਤਮਾ ਕਿਤੇ ਮੇਰੇ ਤੇ ਮਿਹਰ ਵੀ ਕਰ ਦੇ, ਮੇਰੀ ਅਵਸਥਾ ਬਣ ਜਾਏ। ਇਹ ਸੰਕੇਤਕ ਅਰਥ ਕੁਝ ਵਿਦਵਾਨਾਂ ਨੇ ਕੀਤੇ ਹਨ। ਮਨ ਤਾਰਾਜੀ ਚਿੱਤ ਧੁਲਾ। ਤਰਾਜੀ ਦਾ ਅਰਥ ਕੀਤਾ ਹੈ ਨਿੱਕਾ ਜਿਹਾ ਕੰਡਾ, ਜਿਵੇਂ ਆਮ ਛੋਟੇ ਛੋਟੇ ਕੰਡੇ ਹੁੰਦੇ ਨੇ ਨਾ, ਜਿਨ੍ਹਾਂ ਦੇ ਨਾਲ ਛੋਟੀਆਂ ਵਸਤੂਆਂ ਤੁਰਦੇ ਨੇ, ਉਹਨੂੰ ਤਰਾਜੀ ਲਿਖਿਆ ਹੈ। ਤੁਲਾ ਤੋਂ ਭਾਵ ਹੁੰਦਾ ਵੱਟਾ। ਮਨ 2 ਸ਼ਬਦਾਂ ਦਾ ਇਕੱਠ ਹੈ। ਆਪਾਂ ਨੂੰ ਜੇ ਕਹੇ ਨੇ ਵੀ ਮਨ ਕਾਹਦਾ ਬਣਿਆ, ਤੇ ਗ੍ਰੰਥਾਂ 'ਚ ਲਿਖਿਆ ਸਕਲਪੋ ਵਿਕਲਪੋ ਮਨਾ। ਸਕਲਪੋ ਵਿਕਲਪੋ ਤੋਂ ਭਾਵ ਹੁੰਦਾ ਕਦੇ ਚੰਗੀ ਕਲਪਨਾ ਤੇ ਕਦੇ ਮਾੜੀ ਕਲਪਨਾ। ਵਿਕਲਪ ਦਾ ਭਾਵ ਹੁੰਦਾ ਮਾੜੀ ਕਲਪਨਾ, ਵੀ ਉਹ ਮੈਨੂੰ ਮਿਲਿਆ ਤੇ ਮੈਂ ਉਹਨੂੰ ਮਿਲਣਾ, ਭਾਵ ਉਹਦੇ ਗਲ ਪਹਿਣਾ, ਇਹ ਵਿਕਲਪ ਮਾੜਾ ਹੈ। ਤੇ ਸਕਲਪੋ ਦਾ ਭਾਵ ਇਹ ਵੀ ਫਲਾਣੇ ਨੇ ਪੈਸੇ ਲੈਣ ਮੇਰੇ ਕੋਲ ਉਹਨਾਂ ਤੇ ਮੈਂ ਇੱਥੇ ਆ ਗਿਆ ਤੇ ਵਿਚਾਰਾ ਖਾਲੀ ਨਾ ਮੁੜ ਜਾਏ। ਚੰਗੀ ਕਲਪਨਾ ਸਕਲਪ ਤੇ ਮਾੜੀ ਕਲਪਨਾ ਵਿਕਲਪ, ਇਹਨਾਂ 2 ਚੀਜ਼ਾਂ ਦੇ ਮੇਲ ਦਾ ਅਰਥ ਹੈ ਮਨ। ਸਕਲਪੋ ਵਿਕਲਪੋ ਮਨਾ। ਪਰ ਇਹਨੂੰ ਮਾੜਾ ਇਸ ਕਰਕੇ ਕਿਹਾ ਹੈ, ਜਦੋਂ ਆਮ ਬੰਦੇ ਨੂੰ ਬੰਦੀ ਬਣਾਇਆ ਜਾਂਦਾ ਤੇ ਉਹਨੂੰ ਲੋਹੇ ਦੀਆਂ ਹੱਥ ਘੜੀਆਂ ਮਾਰਦੇ ਹਨ। ਮੈਂ ਜੋ ਗ੍ਰੰਥਾਂ 'ਚ ਪੜ੍ਹਿਆ ਔਰ ਸਾਡੇ ਸਿੱਖ ਇਤਿਹਾਸ ਵਿੱਚ ਵੀ ਵਾਪਰਿਆ, ਜਦੋਂ ਮਹਾਰਾਜੇ ਰਣਜੀਤ ਸਿੰਘ ਦੇ ਵੱਡੇ ਪੁੱਤਰ ਮਹਾਰਾਜੇ ਖੜਕ ਸਿੰਘ ਨੂੰ ਕੈਦ ਕੀਤਾ, ਉੱਥੇ ਗੁਰਮੁਖੋ ਇਤਿਹਾਸ ਲਿਖਿਆ ਵੀ ਉਹਨੂੰ ਸੋਨੇ ਦੀਆਂ ਬੇੜੀਆਂ ਮਾਰੀਆਂ ਗਈਆਂ, ਸੋਨੇ ਦੀ ਹੱਥ ਘੜੀਆਂ ਲਾਈਆਂ ਗਈਆਂ। ਭਾਵੇਂ ਸੋਨੇ ਦੀ ਹੋਵੇ ਤੇ ਭਾਵੇਂ ਲੋਹੇ ਦੀ ਹੋਵੇ, ਪਰ ਉਹਨੇ ਬੰਨ੍ਹ ਤਾਂ ਲਿਆ ਨਾ, ਹੈ ਤਾਂ ਹੱਥ ਘੜੀ ਨਾ। ਇਹ ਥੋੜਾ ਵੀ ਉਹਨੇ ਸੋਨੇ ਦੀ ਹੱਥ ਘੜੀ ਤੇ ਉਹਦੇ ਆਪਣੇ ਆਪ ਖੁੱਲ੍ਹ ਜਾਏਗੀ। ਇਸ ਕਰਕੇ ਭਾਵੇਂ ਚੰਗੀ ਕਲਪਨਾ ਤੇ ਭਾਵੇਂ ਮਾੜੀ ਕਲਪਨਾ ਨਾ, ਇਹਦਾ ਅਰਥ ਹੈ ਮਨ। ਮਨ ਤਰਾਜੀ ਚਿੱਤ ਤੁਲਾ। ਮਨ ਤੇ ਕੰਟਰੋਲ ਕਰਨਾ, ਇਹਨੂੰ ਕਹਿੰਦੇ ਨੇ ਮਤਰੇਕ ਬੁੱਧੀ, ਵਿਵੇਕ ਬੁੱਧੀ। ਵਿਵੇਕ ਦੇ ਨਾਲ ਵੀ ਆਹ ਕੰਮ ਚੰਗਾ, ਇਹ ਨਾ
ਮਾੜਾ ਕੰਮ ਨਾ ਕਰਾਂ ਤੇ ਚੰਗਾ ਕਰਨਾ। ਇਸ ਪ੍ਰਕਾਰ ਇਹ ਜਿਹੜਾ ਨਾ ਇਹ ਤਕੜੀ ਬਣਾਉਣਾ ਹੈ। ਤੇਰੀ ਸੇਵ ਸਰਾਫ ਕਮਾਵਾ। ਤੇ ਵਪਾਰੀ ਕਿਹੜਾ ਹੈ? ਜਿਹੜੀ ਤੇਰੀ ਸੇਵਾ ਕਰਨੀ ਹੈ। ਸੇਵਾ ਗੁਰਮੁਖੋਂ ਕਰਨੀ ਬੜੀ ਔਖੀ। ਤੇ ਨਾਲ ਗੁਰੂ ਪਾਤਸ਼ਾਹ ਨੇ ਇਹ ਵੀ ਲਿਖ ਦਿੱਤਾ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰੂ ਕਾ ਮਨ ਮੰਨਿਆ। ਭਾਈ ਬਹਿਲੋ ਜੀ, ਉਹਨਾਂ ਨੂੰ ਪਤਾ ਚੱਲਿਆ ਵੀ ਜਿਹੜਾ ਇਹ ਆਵੇ ਦੀਆਂ ਇੱਟਾਂ ਬਹੁਤ ਵਧੀਆ ਪੱਕਣਗੀਆਂ, ਵੀ ਜੇ ਬੰਦਿਆਂ ਦਾ ਮੈਲਾ ਚੁੱਕ ਕੇ ਲਿਆਂਦਾ ਜਾਂ ਬੰਦਿਆਂ ਦਾ ਮੈਲਾ। ਸਵੇਰੇ ਭਾਈ ਸਾਹਿਬ ਟੋਕਰੀ ਲੈ ਕਰਕੇ ਤੇ ਮੈਲ ਇਕੱਠੀ ਕਰਨ ਜਾਂਦੇ। ਜਦੋਂ ਭਾਈ ਬਹਿਲੋ ਦਾ ਆਵਾ ਬਹੁਤ ਵਧੀਆ ਪੱਕਿਆ ਤੇ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਭਾਈ ਬਹਿਲੋ ਸਾਨੂੰ ਆਹ ਪਤਾ ਲੱਗਾ ਵੀ ਤੂੰ ਆਹ ਕੰਮ ਕੀਤਾ ਹੈ, ਇੰਨੀ ਖੇਚਲ। ਤੇ ਭਾਈ ਬਹਿਲੋ ਕਹਿਣ ਲੱਗਾ, ਮਹਾਰਾਜ ਜੇ ਗੰਦ ਦੇ ਸਰੀਰ ਦੇ ਉੱਪਰ ਗੰਦ ਦਾ ਟੋਕਰਾ ਟਿਕ ਵੀ ਗਿਆ ਤੇ ਇਹਦੇ 'ਚ ਵੱਡੀ ਕਿਹੜੀ ਗੱਲ ਹੈ? ਮੇਰੇ ਅੰਦਰ ਵੀ ਗੰਦ ਹੀ ਹੈ ਨਾ। ਤੇ ਜੇ ਇਸ ਗੰਦ ਦੇ ਟੋਕਰੇ ਤੇ ਇੱਕ ਟੋਕਰਾ ਹੋਰ ਟੁਕਰਿਆ ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ? ਤੇ ਗੁਰੂ ਪੰਚਮ ਪਾਤਸ਼ਾਹ ਨੇ ਗੱਲ ਵੱਖਰੀ ਪਾ ਕੇ ਆਖਿਆ ਸੀ, ਭਾਈ ਬਹਿਲੋ ਸਭ ਤੋਂ ਪਹਿਲੋ, ਭਾਈ ਬਹਿਲੋ ਤੇਰਾ ਨੰਬਰ 1 ਹੋ ਗਿਆ। ਤੇ ਆਪਾਂ ਕਹਿੰਦੇ ਵੀ ਆਹ ਕੰਮ ਸੌਖਾ ਤੇ ਆਹ ਔਖਾ ਹੈ। ਇਸ ਕਰਕੇ ਕਹਿਣ ਤੋਂ ਭਾਵ ਇਹ ਹੈ, ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਕਿਹਦੇ ਕੋਲੋਂ ਤੇਰਾ ਮੁੱਲ ਪਾਉਣਾ ਕਰਾਂ। ਸੇਵਾ ਉਹ ਮੇਰੇ ਤੇ ਇਹ ਕਿਰਪਾ ਕਰ, ਜਿਹੜੀ ਸੇਵਾ ਕਰਨੀ ਹੈ ਨਾ ਮਨ ਕਰਕੇ ਤਨ ਕਰਕੇ, ਇਹ ਸਰਾਫ ਇਹ ਵਪਾਰੀ ਬਣਾਉਣਾ ਕਰਾਂ। ਘਟ ਹੀ ਭੀਤਰ ਸੋ ਸਹੁ ਤੋਲੀ। ਹੁਣ ਸਤਿਗੁਰੂ ਪਾਤਸ਼ਾਹ ਜਗਿਆਸੂ ਨੂੰ ਉਪਦੇਸ਼ ਦਿੰਦੇ ਨੇ, ਗੁਰਮੁਖਾ ਆਪਣੀ ਬਿਰਤੀ ਨੂੰ ਅੰਦਰ ਸੰਕੋਟਣਾ ਕਰ, ਘਟਦਾ ਪਾਵਨ ਦਾ ਹਿਰਦਾ ਭੀਤਰ ਵਿੱਚ, ਪਰਮਾਤਮਾ ਬਾਹਰ ਨੇ। ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਕਾਹੇ ਰੇ ਬਨ ਖੋਜਨ ਜਾਈ, ਸਰਬਨ ਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਪ ਮਧਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਕਹੋ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਕਾਈ। ਤੋ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਤੇਰੇ ਹਿਰਦੇ ਦੇ ਅੰਦਰ ਹੈ, ਸੌ ਤੋਂ ਭਾਵ ਉਹ ਮਾਲਕ, ਉਸ ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਵਿਚਾਰ ਕਰਨੀ ਹੈ ਅੰਤਰਮੁਖ ਬਿਰਤੀ ਕਰਕੇ ਕਰ। ਇਨ ਬਿਦ ਚਿਤ ਰਹਾਵਾ। ਬਿਦ ਦਾ ਭਾਵ ਹੈ ਢੰਗ ਤਰੀਕਾ। ਜਿਹੜਾ ਆਪਾਂ ਕਹਿੰਦੇ ਨਾ ਮਨ ਨਹੀਂ ਟਿਕਦਾ, ਉਹਦਾ ਜਵਾਬ ਇੱਥੇ ਗੁਰੂ ਪਾਤਸ਼ਾਹ ਨੇ ਦਿੱਤਾ ਜੀ। ਇਸ ਢੰਗ ਦੇ ਨਾਲ ਜਿਹੜਾ ਇਹ ਮਨ ਹੈ ਨਾ, ਇਹ ਟਿਕ ਸਕਦਾ, ਰਹਾਵਾ ਤੋਂ ਭਾਵ ਟਿਕ ਜਾਏਗਾ। ਆਪੇ ਕੰਡਾ ਤੋਲ ਤਰਾਜੀ। ਬਾਕੀ ਜੇ ਗੁਰਮੁਖਾ ਤੂੰ ਆਪਣੀ ਅਕਲ ਤੇ ਬੁੱਧੀ ਦੇ ਨਾਲ ਇਹ ਆਖੇ ਨਾ ਵੀ ਮੈਂ ਪ੍ਰਮਾਤਮਾ ਦਾ ਅੰਤ ਪਾ ਲਾਂਗਾ, ਤੇ ਇਹ ਗੱਲ ਨਹੀਂ ਬਣਨੀ। ਉਹ ਆਪੇ ਪਰਿਪੂਰਨ ਪ੍ਰਮਾਤਮਾ ਤਕੜੀ ਦੇ ਮਨਿੰਦਾ ਹੈ, ਆਪ ਹੀ ਤੋਲਣ ਵਾਲਾ ਹੈ, ਆਪੇ ਤੋਲਣ ਹਾਰਾ। ਆਪ ਹੀ ਭਾਈ ਇਹ ਆ ਗੱਲ ਤਿਆਗਣ ਯੋਗ ਹੈ ਤੇ ਇਹ ਗ੍ਰਹਿਣ ਕਰਨ ਯੋਗ ਹੈ। ਇਹਨਾਂ ਦੋ ਪੱਖਾਂ ਦਾ ਜਾਣੂ ਕਹਿੰਦੇ, ਵੇਦ ਕਰਮ ਤੇ ਨਿਸ਼ੇਧ ਕਰਮ। ਆਪੇ ਦੇਖਾ ਆਪੇ ਬੂਝਾ। ਆਪ ਹੀ ਵੇਖਣ ਵਾਲਾ ਤੇ ਆਪ ਹੀ ਸਮਝਣ ਵਾਲਾ। ਕਿਸ ਤਰ੍ਹਾਂ? ਬੜੀਆਂ ਸੋਹਣੀਆਂ ਅੱਖਾਂ ਨੇ, ਪ੍ਰਾਣ ਨਿਕਲ ਗਏ, ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। 84 ਤੋਂ ਬਾਅਦ ਮੈਂ ਆਪਣੀ ਇੱਥੇ ਡਿਊਟੀ ਤੇ ਆ ਰਿਹਾ ਸਾਂ ਤੇ ਸੁਲਤਾਨਵਿੰਡ ਗੇਟ ਤੇ ਪੁਲਿਸ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਿਆ ਤੇ ਮੈਂ ਉਹਦੇ ਕੋਲ ਦੀ ਲੰਘਿਆ, ਵਿਚਾਰੇ ਦੀਆਂ ਅੱਖਾਂ ਖੁੱਲੀਆਂ ਸਨ। ਏਡੀ ਜਲਦੀ ਉਹਦੀ ਮੌਤ ਹੋ ਗਈ। ਮੈਂ ਇਹਨਾਂ ਅੱਖਾਂ ਨਾਲ ਤੱਕਿਆ। ਚੇਤਨ ਭਾਵ ਕੇ ਅੱਖਾਂ ਆਪਾਂ ਪਲ ਪਲ ਤੇ ਝਮਕਦੇ ਹਾਂ, ਪਰ ਉਹਦਾ ਕਰੰਟ ਇੰਨਾ ਤੇਜ਼ ਹੈ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਮੀਟੀਆਂ ਨਹੀਂ ਗਈਆਂ, ਵਿੱਚੋਂ ਕਰੰਟ ਨਿਕਲ ਗਿਆ। ਆਪਾਂ ਜੇ ਸੁਣਦੇ ਹਾਂ ਤੇ ਉਹਦੀ ਚੇਤਨ ਕਲਾ ਕਰਕੇ ਸੁਣਦੇ ਹਾਂ, ਜੇ ਆਪਾਂ ਵੇਖਦੇ ਹਾਂ ਤੇ ਉਹਦੀ ਚੇਤਨ ਕਲਾ ਕਰਕੇ ਪੱਖਾ ਚੱਲਦਾ, ਜੇ ਪਿੱਛੋਂ ਕਰਨਾ ਹੋਵੇ ਤੇ ਪੱਖਾ ਕਿਸੇ ਕੰਮ ਦਾ ਨਹੀਂ, ਇਹ ਬਲਬ ਜਗੇਗਾ ਨਹੀਂ। ਇਸੇ ਪਰ ਅੱਖਾਂ ਦਾ ਬਲਬ ਤੇ ਜਿਹੜੀ ਆਪਾਂ ਕੰਨਾਂ ਵਿੱਚ ਸੁਣਦੇ ਹਾਂ ਨਾ, ਇਹ ਪ੍ਰਮਾਤਮਾ ਦੀ ਚੇਤਨ ਕਲਾ ਕਰਕੇ ਹੈ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖੋ ਵੇਖਣ ਵਾਲਾ ਵੀ ਆਪ
ਤੇ ਬੁੱਝਣ ਸਮਝਣ ਵਾਲਾ ਵੀ ਆਪ। ਆਪੇ ਹੈ ਵਣਜਾਰਾ। ਵਣਜਾਰਾ ਤੋਂ ਭਾਵ ਵਪਾਰ ਕਰਨ ਵਾਲਾ, ਚੰਗਾ ਤੇ ਮਾੜਾ ਨਿਰਣਾ ਵੀ ਆਹ ਚੀਜ਼ ਗ੍ਰਹਿਣ ਕਰਨ ਜੋਗੇ ਤੇ ਆ ਨਹੀਂ। ਅੰਦੁਲਾ ਨੀਚ ਜਾਤ ਪਰਦੇਸੀ। ਅਖੀਰਲੀ ਪੰਕਤੀ ਵਿੱਚ ਸਤਿਗੁਰੂ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਹਨ। ਅੰਦਲਾ ਤੋਂ ਭਾਵ ਹੁੰਦਾ ਹੈ ਮਨ ਤੇ ਬੁੱਧ ਰੂਪੀ ਨੇਤਰ। ਬਾਣੀ ਕਹਿੰਦੀ ਹੈ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਏ, ਅੰਧੇ ਸਈ ਨਾਨਕਾ ਜੇ ਖਸਮੋਂ ਕੁਸੇ ਜਾਏ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਜਿਨ੍ਹਾਂ ਦੀਆਂ ਦੁਨਿਆਵੀ ਅੱਖਾਂ ਕੰਮ ਨਹੀਂ ਕਰਦੀਆਂ ਇਹਨਾਂ ਨੂੰ ਅੰਨੇ ਨਾ ਕਹੋ। ਮੇਰੀ ਜ਼ਬਾਨ ਤੋਂ ਲਫ਼ਜ਼ ਫੱਬਦਾ ਨਹੀਂ, ਮੈਂ ਉਹਨਾਂ ਗੁਰੂ ਰਾਗੀ ਕੇ ਸਿੰਘਾਂ ਨੂੰ ਨਮਸਕਾਰ ਕਰਦਾ। ਸਾਨੂੰ ਤਾਂ 2 ਸ਼ਬਦ ਚੇਤੇ ਨੇ, ਉਹਨਾਂ ਗੁਰਮੁਖਾਂ ਨੂੰ ਸੈਂਕੜੇ ਸ਼ਬਦ ਆਉਂਦੇ ਨੇ, ਸੈਂਕੜੇ ਸ਼ਬਦ। ਅਸੀਂ ਉਹਨਾਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ, ਤੇ ਅਸੀਂ ਡੱਕ ਡੱਕ ਸੱਜੇ ਖੱਬੇ ਵੇਖੀ ਜਾਂਦੇ ਹਾਂ ਗਲਤ ਨਿਗਾਹ ਦੀ ਭਾਵਨਾ ਦੇ ਨਾਲ। ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ, ਸਾਨੂੰ ਉਹ ਨਿਗਾਹ ਬਖਸ਼ੇ। ਮੇਰੇ ਮਾਲਕਾ, ਮੇਰੇ ਮਨ ਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ। ਇਹ ਹੋ ਗਿਆ ਅੰਧਲਾ। ਨੀਚ ਤੋਂ ਭਾਵ ਮੇਰੀ ਸੋਚ ਬੜੀ ਨੀਵੀਂ ਹੈ। ਉਹ ਕਿਵੇਂ? ਗੁਰੂ ਕੀ ਬਾਣੀ 'ਚ ਇਹਦਾ ਖੁਲਾਸਾ ਕੀਤਾ ਹੈ, ਮਾਈ ਬਾਗਤ ਤ੍ਰੈ ਲਭਾਵੇ। ਕੋਲ ਦੀ ਲੰਘੀ ਹੈ ਤੇ ਕਹਿੰਦੇ ਆ ਭੈਣ ਜੀ ਕੀ ਹਾਲ ਹੈ, ਤੇ 2 ਕਰਮ ਅੱਗੋਂ ਦੀ ਲੰਘ ਕੇ ਚਲੀ ਗਈ ਤੇ ਆਪਾਂ ਕਹਿੰਦੇ ਕਿੱਡੀ ਸੋਹਣੀ ਹੈ। ਲੱਖ ਲਾਨਤ ਸਾਨੂੰ। ਇਹਨੂੰ ਕਹਿੰਦੇ ਨੀਚ। ਮੇਰੀ ਸੋਚ ਇੰਨੀ ਘਟੀਆ ਹੈ। ਭੈਣ ਜੀ ਆਖਿਆ, ਬੇਟੀ ਜੀ ਆਖਿਆ, ਪਰ ਅੰਦਰੋਂ ਮੈਲ ਨਾ ਗਈ। ਇੰਨੀ ਨੀਚ ਮੇਰੀ ਬਿਰਤੀ ਇੰਨੀ ਨੀਵੀਂ ਹੈ। ਮੈਂ ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਹਾਂ ਜਾਤ ਪਰਦੇਸੀ। ਅਸੀਂ ਪਰਦੇਸੀ ਇਸ ਦੇਸ਼ ਵਾਲੇ ਨਹੀਂ। ਮੈਂ ਤਕਰੀਬਨ ਕਦੇ ਕਦੇ ਬੇਨਤੀ ਕਰਦਾ ਹੁੰਦਾ, ਕਿਸੇ ਨੇ ਅਮਰੀਕਾ ਕੈਨੇਡਾ ਬਗਾਨੇ ਦੇਸ਼ ਵਿੱਚ ਜਾਣਾ ਤੇ ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ ਕਹਿੰਦਾ ਵੀ ਭਾਈ ਮੇਰਾ ਜਿਹੜਾ ਟੈਚੀ ਤਿਆਰ ਕਰਦੇ ਹੋ ਮੈਂ 2 ਮਹੀਨੇ ਰਹਿਣਾ। ਮਾੜੀ ਬਾਤ ਨਹੀਂ, 2 ਮਹੀਨੇ ਉੱਥੇ ਰਹਿਣਾ ਤੇ ਆਪਾਂ ਪ੍ਰਬੰਧ ਕਰਦੇ ਵੀ ਮੇਰੀਆਂ ਜਰਾਬਾਂ ਵੀ ਹੋਣ, ਮੇਰੀ ਬਨੈਣ ਵੀ ਹੋਵੇ, ਸਭ ਕੁਝ ਹੋਵੇ। ਤੇ ਗੁਰਮੁਖੋ ਜਿੱਥੋਂ ਮੁੜਨਾ ਹੀ ਨਹੀਂ, ਕਦੇ ਉਹਦਾ ਪ੍ਰਬੰਧ ਵੀ ਕਰਿਆ ਕਰੀਏ। ਆਪਾਂ ਇਹੋ ਜਿਹੀ ਯਾਤਰਾ 'ਤੇ ਜਾਣਾ। ਕਈ ਕਹਿੰਦੇ ਮੈਂ 6 ਮਹੀਨੇ ਫਲਾਣੇ ਮੁਲਕ 'ਚ ਰਹਿ ਕੇ ਆਇਆ, ਤੇ ਮੁੜ ਤਾਂ ਆਏ ਨਾ ਫੇਰ ਵੀ। ਪਰ ਆਪਾਂ ਜਿੰਨੇ ਇੱਥੇ ਬੈਠੇ ਆਪਾਂ ਪਰਦੇਸੀ ਹਾਂ। ਆਪਣਾ ਮੁਲਕ ਕੁਝ ਹੋਰ ਹੈ, ਤੇ ਜਿੱਥੋਂ ਆਪਾਂ ਮੁੜਨਾ ਹੀ ਨਹੀਂ ਉਹਦਾ ਆਪਾਂ ਅਟੈਚੀ ਤਿਆਰ ਹੀ ਨਹੀਂ ਕੀਤਾ, ਪ੍ਰਬੰਧ ਹੀ ਨਹੀਂ ਕੀਤਾ। ਉਹਦਾ ਅਟੈਚੀ ਕੀ ਹੈ? ਪਰਮਾਤਮਾ ਦਾ ਨਾਮ। ਉਹਦਾ ਅਟੈਚੀ ਕੀ ਹੈ? ਨਿਤਨੇਮ। ਉਹਦਾ ਅਟੈਚੀ ਕੀ ਹੈ? ਹਿੰਦੂ ਭਰਾਵਾਂ ਲਈ ਪੂਜਾ ਤੇ ਮੁਸਲਮਾਨ ਵੀਰਾਂ ਲਈ ਨਮਾਜ਼। ਅੱਜ ਕੁਦਰਤੀ ਤੌਰ ਤੇ ਮੈਂ ਵੇਖਿਆ ਇੱਥੇ ਮੁਸਲਮਾਨ ਗੱਭਰੂ ਭਰਾ ਦਰਬਾਰ ਸਾਹਿਬ ਮੱਥਾ ਟੇਕਣ ਗਏ, ਤੇ ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੀਆਂ ਰਹਿਮਤਾਂ ਨੇ ਤੇ ਮੁਸਲਮਾਨ ਵੀ ਤੈਨੂੰ ਅੱਲਾ ਦਾ ਨੂਰ ਸਮਝਦੇ ਨੇ। ਇਹ ਅੱਜ ਦੀ ਘਟਨਾ ਜੇ ਮੈਂ ਵੇਖਿਆ, ਮੁਸਲਮਾਨ ਕਾਫੀ ਗੱਭਰੂ ਕੋਈ ਹੋਣਗੇ 15-20, ਉਹ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਏ। ਇਹ ਗੁਰੂ ਦੀ ਵਡਿਆਈ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਕਰ ਵੀ ਮੇਰੀ ਮਨ ਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ। ਮੇਰੀ ਸੋਚ ਬੜੀ ਘਟੀਆ। ਹਾਂ ਮੈਂ ਪਰਦੇਸੀ, ਆਏ ਦੇਸ਼ ਨੂੰ ਛੱਡ ਕੇ ਪਰਾਏ ਦੇਸ਼ ਵੀ ਜਾਣਾ, ਪਰ ਉਹਦਾ ਨਾਂ ਹੀ ਭੁੱਲ ਗਿਆ, ਚੇਤਾ ਹੀ ਭੁੱਲ ਗਿਆ। ਖਿਨ ਆਵੇ ਤਿਲ ਜਾਵੇ। ਜਦੋਂ ਅਸੀਂ ਸੰਸਾਰ ਵਿੱਚ ਆਉਨੇ ਪਤਾ ਨਹੀਂ ਚੱਲਦਾ, ਆਪਾਂ ਕਹਿੰਦੇ ਫਲਾਨਿਆਂ ਵਧਾਈ ਵੇ ਤੇਰੀ ਕਰਦੋਤ ਆਇਆ, ਪੋਤਰਾ ਆਇਆ, ਤੇ ਤਿਲ ਜਾਵੇ ਮੇਰੇ ਨਾਲ ਫਲਾਨਾ ਬੰਦਾ ਗੱਲਾਂ ਕਰਦਾ ਸੀ, ਗੱਲਾਂ ਕਰਦਿਆਂ ਕਰਦਿਆਂ ਉਹਦੇ ਪ੍ਰਾਣ ਨਿਕਲ ਗਏ। ਇਹ ਸਮਝਦੇ ਤੇ ਦੇਸ਼ ਵਾਲੇ, ਪਰ ਕਹਿੰਦੇ ਵੀ ਗੁਰਮੁਖੋ ਇਹ ਖਿਨ ਵਿੱਚ ਆਉਣਾ ਹੋ ਜਾਂਦਾ ਹੈ। ਇਹ ਖਿਨ ਦੇ ਤਿਲ ਦੇ ਵਿੱਚ ਇਹ ਜੀਵ ਚਲਿਆ ਜਾਂਦਾ ਹੈ। ਖਿਨ ਆਵੇ ਤਿਲ ਜਾਵੇ। ਐਨ ਪਲ ਦੇ ਵਿੱਚ ਆਇਆ ਤੇ ਪਲ ਵਿੱਚ ਚਲਾ ਗਿਆ, ਥੋੜੇ ਸਮੇਂ ਵਿੱਚ। ਤਾਂ ਕੀ ਸੰਗਤ ਨਾਨਕ ਰਹਿਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹੋ ਜਿਹੀ ਤੇਰੀ ਸੋਚ ਹੈ, ਮਨ ਤੇ ਬੁੱਧ ਰੂਪੀ ਨੇਤਰ ਤੇਰੇ ਕੰਮ ਨਹੀਂ ਕਰਦੇ। ਔਰ ਇਸੇ ਪ੍ਰਕਾਰ ਜਿਹਨੂੰ ਭੈਣ ਤੇ ਧੀ ਕਹਿਣਾ ਤੂੰ ਉਹਦੇ ਬਾਰੇ ਬੁਰੀ ਭਾਵਨਾ ਨਾਲ ਤੱਕਦਾ ਹੈ ਤੇ ਉਹਨਾਂ ਦੀ ਸੰਗਤ ਕਰਦਾ। ਤਾਂ ਕੀ ਸੰਗਤ ਨਾਨਕ ਰਹਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਉਹੋ ਜਿਹੇ ਘਟੀਏ ਮਨੁੱਖਾਂ ਦੀ ਇਹ ਸੰਗਤ ਕਰਦਾ ਹੈ। ਕਿਉ ਕਰ ਮੂੜਾ ਪਾਵਾ। ਤੇ ਮੂਰਖਾ ਤੂੰ ਇਹ ਦੱਸ ਵੀ ਤੇਰੀ ਯੋਗਤਾ ਹੈ ਨਹੀਂ,
ਤੇ ਤੂੰ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਿਵੇਂ ਕਰ ਲਏਗਾ? ਸੁਰ ਤੇਰੀ ਬੜੀ ਘਟੀਆ, ਮਨ ਤੇ ਬੁੱਧ ਰੂਪੀ ਤੇਰੇ ਨੇਤਰ ਕੰਮ ਨਹੀਂ ਕਰਦੇ, ਤੂੰ ਉਹਦੀ ਪ੍ਰਾਪਤੀ ਕਿਵੇਂ ਕਰੇਗਾ? ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਿੱਖਿਆ ਦਿੱਤੀ। ਹਜ਼ੂਰ ਰਹਿਮਤਾਂ ਕਰਨ ਇਹ ਸਾਡੇ ਹਿਰਦੇ ਦੇ ਅੰਦਰ ਵਸੇ। ਕੱਲ ਜਿਹੜਾ ਸ਼ਬਦ ਆਰੰਭ ਕੀਤਾ ਸੀ ਨਾ, ਹਜ਼ੂਰ ਕਹਿੰਦੇ ਬ੍ਰਾਹਮਣ ਉਹ ਹੈ ਜਿਹਨੇ ਉਸ ਪ੍ਰਮਾਤਮਾ ਨੂੰ ਸਮਝ ਲਿਆ, ਔਰ ਉਹਦੇ ਬਣਨ ਵਾਸਤੇ ਉਹਦੀ ਨਿਗਾਹ, ਉਹਦੀ ਕਿਰਪਾ ਦੀ ਲੋੜ ਹੈ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀਆ, ਕਹਿੰਦੇ ਸੱਚੇ ਗੁਰੂ ਦੀ ਸੇਵਾ ਨਹੀਂ ਕੀਤੀ, ਸ਼ਬਦ ਨਾ ਲੱਗੋ ਭਾਉ, ਤੇ ਨਾ ਗੁਰੂ ਦਾ ਉਪਦੇਸ਼ ਚੰਗਾ ਲੱਗਦਾ ਹੈ। ਹਉ ਮੈਂ ਰੋਗ ਕਮਾਵਣਾ। ਇੱਕ ਬੜੀ ਗੁਰਮੁਖੋ ਸਾਦੀ ਜੀ ਗੱਲ, ਕਿਤੇ ਆਪਾਂ ਰਾਤ ਨੂੰ ਇਕੱਠੇ ਹੋਏ ਨੇ 5-4 ਬੰਦੇ ਤੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰੀਏ, ਤੇ ਥੋੜੇ ਜਿਹੇ ਮਿੰਟਾਂ ਤੋਂ ਬਾਅਦ ਅਜੇ ਪਹਿਲੀ ਅਸ਼ਟਪਦੀ ਮੁੱਕੇਗੀ ਤੇ ਆਪਾਂ ਕਹਾਂਗੇ ਚੰਗਾ ਭਾਈ ਸਾਹਿਬ ਤੁਸੀਂ ਫਿਰ ਸੁਖਮਨੀ ਸਾਹਿਬ ਦਾ ਪਾਠ ਕਰੋ ਤੇ ਮੈਂ ਸਵੇਰੇ ਤੜਕੇ ਉੱਠਣਾ। ਬੇਨਤੀ ਮੈਂ ਕਰ ਰਿਹਾ, ਸ਼ਬਦ ਨੂੰ ਲੱਗੋ ਭਾਓ, ਸਾਨੂੰ ਗੁਰੂ ਦਾ ਉਪਦੇਸ਼ ਨਾਲ ਪਿਆਰ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਤੇ ਜੇ ਆਪਾਂ ਲੋਕਾਂ ਦੀ ਨਿੰਦਿਆ ਚੁਗਲੀ ਕਰੀ ਤੇ ਆਪਾਂ ਕਹਿੰਦੇ ਥੋੜਾ ਜਿਹਾ ਚੁੱਪ ਕਰ, ਮੇਰੀ ਵੀ ਸੁਣ, ਉੱਥੇ ਅਸੀਂ ਸ਼ੇਰ ਆ। ਬਾਣੀ ਕਹਿੰਦੀ ਹੈ ਚੰਗਿਆਈ ਆਲ ਕਰੇ, ਬੁਰਿਆਈ ਹੋਏ ਸ਼ੇਰ। ਜਦੋਂ ਚੰਗਿਆਈ ਕਰਨੀ ਉਦੋਂ ਦਲਿੱਦਰ, ਜਦੋਂ ਬੁਰਾ ਕੰਮ ਕਰਨਾ ਤੇ ਉਦੋਂ ਸ਼ੇਰ ਵਾਂਗੂ ਅੱਗੇ ਹੁੰਦਾ ਹੈ। ਸਤਿਗੁਰ ਸੇਵਨਾ ਕੀਤੀਆ, ਸ਼ਬਦ ਨੂੰ ਲੱਗੋ ਭਾਓ। ਨਾ ਸੱਚੇ ਗੁਰੂ ਦੀ ਸੇਵਾ ਕੀਤੀ ਤੇ ਨਾ ਗੁਰੂ ਦੇ ਉਪਦੇਸ਼ ਨਾਲ ਪਿਆਰ ਪ੍ਰੇਮ ਹੈ। ਹਉ ਮੈਂ ਰੋਗ ਕਮਾਵਣਾ। ਜਿਹੜਾ ਹਰ ਗੱਲ ਕਰਨੀ ਵੀ ਮੈਂ ਵਿਦਵਾਨ, ਮੈਂ ਸੇਵਾਦਾਰ, ਮੈਂ ਆਹ ਕੀਤਾ, ਮੈਂ ਉਹ ਕੀਤਾ, ਇਸੇ ਪ੍ਰਕਾਰ ਇਹਨੂੰ ਹਉਮੈ ਦਾ ਰੋਗ ਲੱਗਾ ਤੇ ਮੈਂ ਦੀ ਕਮਾਈ ਕਰੀ ਜਾਂਦਾ ਹੈ। ਅਤ ਦੀਰਘ ਬਹੁ ਸੁਆਉ। ਔਰ ਕਹਿੰਦੇ ਇਹਦੇ ਬੜੇ ਪ੍ਰਯੋਜਨ ਨੇ। ਮੇਰਾ ਇਸ ਪਰ ਸੁਆਉ ਦਾ ਭਾਵ ਦੋ ਅਰਥ ਕੀਤੇ ਨੇ, ਇੱਕ ਪ੍ਰਯੋਜਨ ਮਤਲਬ, ਤੇ ਦੂਜਾ ਸੁਆਉ ਦਾ ਅਰਥ ਕੀਤਾ ਸਵਾਦ। ਇਹਦੇ ਟੇਸਟ ਬੜੇ ਨੇ ਵੀ ਮੈਨੂੰ ਆਹ ਚੀਜ਼ ਲੱਗਦੀ, ਕਿਤੇ ਆਹ ਬਣਾਓ, ਇਸ ਕੰਮ ਦੇ ਵਿੱਚ ਮੇਰਾ ਆਹ ਮਕਸਦ ਪੂਰਾ ਹੋ ਜਾਏਗਾ ਕਹਿਣ ਲੱਗੇ। ਇਸ ਪ੍ਰਕਾਰ ਇਹਦੇ ਸਵਾਰਥ, ਇਹਦੇ ਪ੍ਰਯੋਜਨ, ਇਹਦੇ ਸਵਾਦ ਬੜੇ ਦੀਰਘ ਨੇ, ਬੜੇ ਡੂੰਘੇ ਹਨ। ਮਨ ਹਠ ਕਰਮ ਕਮਾਵਣੇ। ਲੇਕਿਨ ਮਨ ਦੀ ਜਿੱਦ ਕਰਕੇ ਇਹ ਕੰਮ ਕਰਨੇ ਜਿਹੜੇ, ਫਿਰ ਜੋਨੀ ਪਾਏ। ਯਾਦ ਰੱਖੀ ਵਾਰ-ਵਾਰ 84 ਦੇ ਗੇੜੇ ਚਾਉਣਾ ਪਵੇਗਾ, ਜੂਨਾਂ ਭੋਗਣੀਆਂ ਪੈਣਗੀਆਂ। ਗੁਰਮੁਖ ਜਨਮ ਸਫਲ ਹੈ। ਹਾਂ, ਜੇ ਕਿਤੇ ਗੁਰੂ ਦੀ ਮੰਨ ਲੈ ਤੇ ਗੁਰਮੁਖਾ ਇਹ ਮਨੁੱਖਾ ਜਨਮ ਸਫਲਾ ਹੋ ਜਾਏ। ਜਿਸ ਨੂੰ ਆਪੇ ਲਏ ਪਰ ਮਿਲਾਏ। ਇਹ ਤੇਰੀ ਮਿਹਨਤ ਨਾਲ ਗੱਲ ਨਹੀਂ ਪੜਨੀ, ਪ੍ਰਮਾਤਮਾ ਨੇ ਰਹਿਮਤ ਕੀਤੀ ਤੇ ਆਪ ਮਲਾਪ ਕਰਾ ਦਿੱਤਾ। ਨਾਨਕ ਨਦਰੀ ਨਦਰ ਕਰੇ। ਜਦੋਂ ਉਹ ਪਰਿਪੂਰਨ ਪ੍ਰਮਾਤਮਾ ਆਪਣੀ ਬਖਸ਼ਿਸ਼ ਭਰੀ ਨਿਗਾਹ ਕਰੇਗਾ ਤਾ ਨਾਮ ਧਨ ਪੱਲਾ ਪਾਏ। ਇਹ ਨਾਮ ਧਨ ਹਿਰਦੇ ਰੂਪੀ ਪੱਲੇ ਦੇ ਵਿੱਚ ਤਦ ਹੀ ਪੈ ਸਕਦਾ ਜੇ ਉਹਦੀ ਕਿਰਪਾ ਹੋਵੇ ਤਾਂ। ਪੌੜੀ ਸਭ ਵਡਿਆਈਆ ਹਰ ਨਾਮ ਵਿੱਚ। ਜੇ ਭਾਈ ਵਡਿਆਈਆਂ ਨੇ ਤੇ ਪ੍ਰਮਾਤਮਾ ਦੇ ਨਾਮ 'ਚ ਨੇ। ਵੇਖੋ ਬਾਬੇ ਰਵਿਦਾਸ ਨੂੰ ਦੁਨੀਆ ਜਾਣਦੀ ਹੈ, ਬਾਬਾ ਕਬੀਰ ਜੀ ਨੂੰ ਦੁਨੀਆ ਜਾਣਦੀ, ਬਾਬਾ ਨਾਮਦੇਵ ਨੂੰ ਆਪਾਂ ਚਿਰਤੇ ਕਰਦੇ ਹਾਂ ਕਿ ਬਹੁਤੇ ਅਮੀਰ ਨਹੀਂ ਸਾਨੂੰ, ਪਰ ਉਹਨਾਂ ਕੋਲ ਨਾਮ ਧਨ ਸੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖ ਸਾਰੀਆਂ ਵਡਿਆਈਆਂ ਨੇ ਨਾ ਪਰਮਾਤਮਾ ਦੇ ਨਾਮ ਵਿੱਚ ਹਨ। ਹਰ ਗੁਰਮੁਖ ਧਿਆਈਆ। ਇਸ ਕਰਕੇ ਗੁਰਮੁਖ ਆਪਣੀ ਅੰਦਰ ਦੀ ਬਿਰਤੀ ਨੂੰ ਗੁਰੂ ਵਾਲੇ ਪਾਸੇ ਕਰਕੇ ਉਸ ਪਾਸੇ ਨੂੰ ਧਿਆਨ ਕੇਂਦਰਿਤ ਕਰੋ। ਜੇ ਵਸਤ ਮੰਗੀਐ ਸਾਈ ਪਾਈਆ। ਭਾਈ ਸਾਹਿਬ ਜੇ ਬਾਣੀ ਪੜ੍ਹੀਗੀ ਤੇ ਗੁਜ਼ਾਰਾ ਕਿਵੇਂ ਚੱਲੇਗਾ? ਸਤਿਗੁਰੂ ਪਾਤਸ਼ਾਹ ਦਿਲਾਸਾ ਦਿੰਦੇ ਕਹਿੰਦੇ ਗੁਰਮੁਖਾ ਤੂੰ ਤਾਂ ਇੱਕ ਚੀਜ਼ ਗੱਲ ਕਰਦਾ ਨਾ, ਜਿਹੜੀ ਵਸਤੂ ਵੀ ਮੰਗੇਗਾ ਤੈਨੂੰ ਸਾਰੀਆਂ ਮਿਲ ਜਾਣਗੀਆਂ। ਜੇ ਨਾਮ ਚਿਤ ਲਾਈਆ। ਪਰ ਵਿਖਾ ਕੇ ਪਾਠ ਨਾ ਕਰੀ, ਵਿਖਾ ਕੇ ਵੀ ਲੋਕੀ ਕਹਿਣ ਬੜਾ ਗੁਰਮੁਖ ਬੜੀ ਬਾਣੀ ਪੜ੍ਹਦਾ ਹੈ। ਲੁਕਾ ਕੇ ਕਰ। ਜਿਨ੍ਹਾਂ ਦੇ ਕੋਲ ਹੈ ਨਾ ਲੁਕਾ ਕੇ ਸ਼ਬਦ ਲੁਕਾ ਕਰਦੇ ਹਨ। ਸੋ ਕਹਿੰਦੇ ਨੇ ਜਿਹੜੀ ਵਸਤ ਮੰਗੇਗਾ ਤੈਨੂੰ ਮਿਲ ਜਾਏਗੀ, ਪਰ ਸ਼ਰਤ ਇਹ ਹੈ ਜੇ ਅੰਦਰੋਂ ਚਿੱਤ ਪ੍ਰਮਾਤਮਾ ਦੇ ਨਾਲ ਲਾਏਗਾ ਤੇ ਅੰਦਰੋਂ ਜੁੜੇਗਾ ਤਦ। ਗੋਹਜ ਗੱਲ ਜੀਅ ਕੀ ਕੀਚੈ ਸਤਿਗੁਰੂ ਪਾਸ। ਆਪਣੇ ਅੰਦਰ ਗੁਰਮੁਖੋ ਬੜੀਆਂ ਕਮਜ਼ੋਰੀਆਂ ਨੇ। ਗੋਹਜ ਤੋਂ ਪਾਪ ਪਰਦੇ ਵਾਲੀ ਗੱਲ, ਜਿਹੜੀ ਅੰਦਰ ਤੇਰੀ ਕਮਜ਼ੋਰੀਆਂ ਨੇ। ਪਾਤਸ਼ਾਹ ਮੈਨੂੰ ਕਾਮ ਬੜਾ ਤੰਗ ਕਰਦਾ ਹੈ, ਮੈਂ ਲਾਲਚੀ ਬੜਾ ਹੈ, ਮੇਰਾ ਹੰਕਾਰ ਮੇਰਾ ਖਹਿੜਾ ਨਹੀਂ ਛੱਡਦਾ। ਇਸ ਪ੍ਰਕਾਰ ਜਿਹੜੀਆਂ ਪਰਦੇ ਵਾਲੀਆਂ ਗੱਲਾਂ ਨੇ ਗੁਰੂ ਨਾਲ ਕਰ, ਗੁਰੂ ਨੂੰ ਆਪਣੀ ਕਮਜ਼ੋਰੀ ਦੱਸ ਤਾ ਸਰਬ ਸੁਖ ਪਾਈਆ। ਇਹਨਾਂ ਕਮਜ਼ੋਰੀਆਂ ਦੇ ਦੱਸਣ ਕਰਕੇ ਤੂੰ ਆਪਣੇ ਗੁਨਾਹ ਦਾ ਇਕਬਾਲ ਕਰ ਲਿਆ ਨਾ
ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਗੁਰਪੂਰਾ ਹਰਿ ਉਪਦੇਸ ਦੇ। ਜਿਹੜਾ ਪੂਰਨ ਗੁਰੂ ਗੁਰਮੁਖੋ ਤੈਨੂੰ ਉਪਦੇਸ਼ ਦੇਗਾ। ਜਿਵੇਂ ਭੂਮੀਆਂ ਚੋਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ ਵੀ ਮਹਾਰਾਜ ਮੈਂ ਚੋਰੀ ਨਹੀਂ ਛੱਡਣੀ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗ ਕੋਈ ਗੱਲ ਨਹੀਂ ਗੁਰਮੁਖਾ ਹੈ ਤਾਂ ਗਲਤ, ਪਰ ਤੈਨੂੰ ਸਹੂਲਤ ਦੇ ਦੇਣੇ ਆ, ਪਰ ਇੱਕ ਖਿਆਲ ਰੱਖੀ ਲੂਣ ਖਾ ਕੇ ਆਰਾਮ ਨਹੀਂ ਕਰਨਾ। ਇਹ ਤੁਸੀਂ ਕਦੇ ਭਾਈ ਭੂਮੀਆਂ ਦੀ ਸਾਖੀ ਪੜ੍ਹਨੀ, ਕਿਉਂਕਿ ਸਮਾਂ ਨਹੀਂ ਕਿ ਮੈਂ ਇਹਦਾ ਖੁਲਾਸਾ ਕਰਾਂ, ਬੜੀ ਮਨ ਨੂੰ ਟੁੰਬਦੀ ਹੈ। ਇੱਕ ਚੋਰੀ ਨਾ ਕਰੀ, ਇੱਕ ਝੂਠ ਨਹੀਂ ਬੋਲਣਾ, ਇੱਕ ਜਿਹੜੀ ਵੀ ਬੀਬੀ ਹੋਵੇ ਉਹਨੂੰ ਆਪਣੀ ਮਾਂ ਭੈਣ ਕਰਕੇ ਜਾਣਨਾ, ਤੇ ਕੋਈ ਗੱਲ ਨਹੀਂ ਭਲਿਆ ਕਰ ਲਾ ਤੂੰ। ਕਹਿਣ ਲੱਗਾ ਵੀ ਬਾਬਾ ਨਾਨਕ ਚਾਲੇ ਛੁੱਟੀਆਂ ਦੇ ਗਿਆ ਤੇ ਆਪਾਂ ਪਹਿਲਾਂ ਮਾੜੇ ਨੂੰ ਮੋਟੇ ਨੂੰ ਕਿਉਂ ਲੁੱਟਣਾ, ਆਪਾਂ ਪਹਿਲਾਂ ਰਾਜੇ ਦੇ ਘਰ ਹੀ ਪੰਦੇ। ਨਾਲੇ ਬਾਬੇ ਨੇ ਆਖਿਆ ਵੀ ਗਰੀਬ ਮਾਰ ਨਾ ਕਰੀ। ਕਹਿੰਦਾ ਵੀ ਆਪਾਂ ਤਗੜੇ ਦੇ ਘਰ ਜਾਂਦੇ। ਜਦੋਂ ਗੇਟ ਤੇ ਗਿਆ ਤੇ ਉਹ ਕਹਿਣ ਲੱਗੇ ਕਿਵੇਂ? ਕਹਿਣ ਲੱਗਾ ਮੈਂ ਚੋਰ ਹਾਂ। ਉਹ ਪਹਿਰੇਦਾਰ ਨੇ ਆਖਿਆ ਵੀ ਭਰਾਵਾ ਜੇ ਮੈਂ ਤੈਨੂੰ ਪੁੱਛ ਲਿਆ ਤੇ ਗੁਨਾਹ ਕੀ, ਤੁਸੀਂ ਚਲੇ ਜਾਓ। ਉਹਨੇ ਮਨ 'ਚ ਮਹਿਸੂਸ ਕੀਤਾ ਵੀ ਖਾਸ ਬੰਦਾ ਜਿਹਨੇ ਚੋਰ ਆਖਿਆ, ਨੇ ਚੋਰ ਵੀ ਕਹਿੰਦਾ ਮੈਂ ਚੋਰ ਹਾਂ। ਇਹ ਅੰਦਰ ਗਿਆ ਤੇ ਉਹਨੇ ਮਾਲ ਮੱਤਾ ਇਕੱਠਾ ਕਰ ਲਿਆ। ਹਨੇਰਾ ਸੀ, ਹਨੇਰਾ ਹੋਣ ਕਰਕੇ ਕਹਿਣ ਲੱਗਾ ਵੀ ਰਾਜ ਦਾ ਘਰ ਕੋ ਖਾਣ ਪੀਣ ਨੂੰ ਮਿਲ ਜੇ। ਤੇ ਜਦੋਂ ਹੱਥ ਮਾਰਿਆ ਨਾ ਤੇ ਪਿਆਲੀ ਮਿਲੀ ਤੇ ਮੂੰਹ 'ਚ ਪਾਇਆ, ਚੋਰ ਨਹੀਂ ਸੀ। ਕਹਿਣ ਲੱਗਾ ਗੱਲ ਵਿਗੜ ਗਈ, ਮਾਲ ਮੱਤਾ ਵੀ ਗਿਆ, ਸਾਰਾ ਕੁਝ ਛੱਡ ਕੇ ਜਦੋਂ ਨਿਕਲਣ ਲੱਗਾ ਤੇ ਰਾਜੇ ਦੀ ਘਰ ਵਾਲੀ ਨੌਜਵਾਨ ਸੀ, ਉਹਨੇ ਪੱਲਾ ਖਿੱਚਿਆ ਤੇ ਕਹਿਣ ਲੱਗਾ ਮਾਂ ਪੁੱਤਾਂ ਦੀ ਪੱਲੇ ਨਹੀਂ ਖਿੱਚਦੀਆਂ। ਰਾਜੇ ਨੇ ਸੁਣਿਆ, ਬਹੁਤ ਲੰਮੀ ਸਾਖੀ, ਮੈਂ ਇਸ਼ਾਰੇ ਮਾਤਰ ਬੇਨਤੀ ਕੀਤੀ ਹੈ। ਅਗਲੇ ਦਿਨ ਰਾਜੇ ਨੇ ਉਹਨੂੰ ਬੁਲਾ ਕਰਕੇ ਆਖਿਆ ਮਿੱਤਰਾ ਮੇਰੇ ਘਰ ਪੁੱਤਰ ਨਹੀਂ ਸੀ, ਮੈਂ ਤੈਨੂੰ ਆਪਣਾ ਪੁੱਤਰ ਜਾਣ ਕੇ ਸਾਰਾ ਕੁਝ ਬਖਸ਼ਦਾ ਹੈ। ਇਹ ਭੂਮੀਏ ਚੋਰ ਦੀ ਸਾਖੀ ਜੀ। ਕਹਿਣ ਤੋਂ ਭਾਵ ਕਿ ਆਪਾਂ ਗੁਰੂ ਦੀ ਗੱਲ ਮੰਨਦੇ ਨਹੀਂ। ਗੁਰੂ ਅਜਿਹਾ ਸਮਰੱਥ ਹੈ ਵੀ ਗੁਰਮੁਖੋ ਕਿਸੇ ਪ੍ਰਕਾਰ ਦੀ ਕਸਰ ਰਹਿ ਨਹੀਂ ਦੇਗਾ। ਹਜ਼ੂਰ ਕਹਿੰਦੇ ਨੇ ਆਪਣੀ ਜਿਹੜੀ ਅੰਦਰ ਦੀ ਸਿੱਖਿਆ ਗੱਲ ਹੈ ਨਾ, ਉਹ ਪਰਮਾਤਮਾ ਦੇ ਅੱਗੇ ਗੁਰੂ ਅੱਗੇ ਕਰ, ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਜਿਹੜਾ ਪੂਰਨ ਗੁਰੂ ਹੈ ਨਾ, ਇਹੋ ਜਿਹਾ ਤੈਨੂੰ ਇੱਕ ਉਪਦੇਸ਼ ਸਿੱਖਿਆ ਦੇਗਾ। ਸਭ ਭੁੱਖ ਲਹਿ ਜਾਈਆ। ਫਿਰ ਗੁਰਮੁਖਾ ਤੈਨੂੰ ਭੁੱਖ ਹੀ ਨਾ ਆਵੇਗੀ। ਜਿਵੇਂ ਤੁਲਸਾਂ ਦਾਈ ਸੀ ਨਾ, ਤੁਲਸਾਂ ਦਾਈ ਮਾਫ ਕਰਨਾ ਦੌਲਤਾਂ ਦਾਈ, ਤੇ ਬਾਬੇ ਕਲਿਆਣ ਰਾਏ ਨੇ ਆਖਿਆ ਦੌਲਤਾਂ ਤੂੰ ਪੁੱਤ ਦੀ ਖਬਰ ਦਿੱਤੀ, ਤੈਨੂੰ ਕੀ ਦਿਆਂ? ਤੇ ਉਹ ਬੀਬੀ ਦੌਲਤਾਂ ਦਾਈ ਕਹਿਣ ਲੱਗੀ ਮੈਂ ਤਾਂ ਰਹਿਣ ਦੇ, ਤੇਰੇ ਪੁੱਤ ਦੇ ਦਰਸ਼ਨ ਕਰਕੇ ਮੇਰੀਆਂ ਭੁੱਖਾਂ ਲੈ ਗਈਆਂ ਈ, ਮੈਨੂੰ ਕਿਸੇ ਪ੍ਰਕਾਰ ਦੇ ਪਦਾਰਥ ਦੀ ਲੋੜ ਹੀ ਨਹੀਂ ਰਹੀ। ਜਿਸ ਪੂਰਬ ਹੋਵੇ ਲਿਖਿਆ ਸੋ ਹਰਿ ਗੁਣ ਗਾਈਆ। ਜਿਨ੍ਹਾਂ ਦੇ ਭਾਈ ਪੂਰਬਲੇ ਕਰਮ ਨੇ ਉਹ ਹਰੀ ਦੇ ਗੁਣ ਗਾਉਂਦੇ। ਤੇ ਇੱਥੇ ਆਪਾਂ ਗਮਾਨਾ ਬਣਾਉਣੇ ਵਿਗਿਆਨੀ ਜੀ, ਜੇ ਕਰਮਾਂ 'ਚ ਲਿਖਿਆ ਹੋਵੇਗਾ ਤੇ ਫਿਰ ਆਪਾਂ ਮਰ ਛਕਾਂਗੇ, ਫਿਰ ਆਪਾਂ ਬਾਣੀ ਪੜਾਂਗੇ। ਗੁਰਮੁਖੋ ਜਿਹੜਾ ਅੱਜ ਦਾ ਦਿਨ ਹੈ ਨਾ, ਅੱਜ ਜਿਹੜੀ ਤਰੀਕ ਹੈ 14, ਕੱਲ ਨੂੰ 15 ਤਾਂ ਹੋ ਜਾਏਗੀ, ਪਰ ਗੁਰਮੁਖੋ 14 ਨਹੀਂ ਜਿਉਣੀ। 14 ਗਿਆਨੀ ਜੀ ਅਗਲੇ ਮਹੀਨੇ ਵੀ ਆਉਣੀ ਹੈ, ਅਗਲੇ ਮਹੀਨੇ ਆਉਣੀ, ਪਰ 14 ਨਵੰਬਰ ਤੇ 2020 ਨਹੀਂ ਜਿਉਣਾ। ਅੱਜ ਦਾ ਦਿਨ ਕੱਲ ਵਾਸਤੇ ਗੁਰਮੁਖੋ ਪੂਰਬਲਾ ਦਿਨ ਹੈ ਜੀ। ਅੱਗੇ ਨਹੀਂ ਹੋਇਆ ਤੇ ਆਪਾਂ ਹੁਣ ਹੀ ਕਰ ਲਈਏ, ਅੱਜ ਦਾ ਦਿਨ ਕੱਲ ਵਾਸਤੇ ਪੂਰਬਲਾ ਬਣ ਜਾਏਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਮਿਹਰਾਂ ਕਰਨ, ਰਹਿਮਤਾਂ ਕਰਨ ਕਿ ਅਸੀਂ ਆਪਣੇ ਅੰਦਰ ਦੇ ਪਰਦੇ ਦੀ ਗੱਲ ਗੁਰੂ ਨੂੰ ਦਸੀਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਤਰੁੱਠਣ, ਸਾਡੇ ਗੁਨਾਹ ਤੇ ਐਬਾਂ ਨੂੰ ਮਾਫ ਕਰਨ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਗੁਰਮੁਖੋ ਅਗਲਾ ਮਹੀਨਾ ਸ਼ਹੀਦੀ ਦਿਹਾੜਿਆਂ ਦਾ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਵਤਾਰ ਦਿਹਾੜੇ ਦਾ। ਯਾਦ ਕਰੋ ਸਰਹੰਦ ਨੂੰ, ਯਾਦ ਕਰੋ ਚਮਕੌਰ ਨੂੰ, ਕਿ ਮਾਤਾ ਗੁਜਰ ਕੌਰ ਤੇ ਗੁਰੂ ਕੇ ਸਾਹਿਬਜ਼ਾਦਿਆਂ ਦਾ ਸਾਡੇ ਵਾਸਤੇ ਕਿੰਨੀ ਕੁਰਬਾਨੀ ਹੈ। ਤੇ ਉਸ ਕੁਰਬਾਨੀ ਤੋਂ ਆਪਣੇ ਆਪ ਨੂੰ ਪ੍ਰੇਰਿਤ ਕਰਕੇ ਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਅੰਗ ਬਣਾਓ, ਔਰ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਕੇ ਆਪਣਾ ਜੀਵਨ ਸਫਲਾ ਕਰੋ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਗੁਰਪੂਰਾ ਹਰਿ ਉਪਦੇਸ ਦੇ ਸਭ ਭੁੱਖ ਲਹਿ ਜਾਈਆ। ਜਿਸ ਪੂਰਬ ਹੋਵੇ ਲਿਖਿਆ ਸੋ ਹਰਿ ਗੁਣ ਗਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ